ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਫਰੀਦਾ ਮਹਿਲ ਨਸਖਣ ਰਹਿ ਗਏ, ਵਾਸਾ ਆਇਆ ਤਲ। ਗੋਰਾਂ ਸੇ ਨਿਮਾਣੀਆਂ, ਬਹਿਸਨ ਰੂਹਾਂ ਮਲ। ਆਖੀ ਸੇਖਾ ਬੰਦਗੀ, ਚੱਲਣ ਅੱਜ ਕੇ ਕੱਲ। ਪੱਪਾ ਭਰਮ ਮਿਟਾਵੋ ਆਪਣਾ, ਯਾ ਸੰਸਾਰ ਸਗਲ ਹੈ ਸੁਪਨਾ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ। ਭਰਮ ਭਰਮ ਮਾਨੁਖ ਡਹਕਾਏ, ਦੁੱਤਰ ਮਹਾ ਬਿਖਮ ਇਹ ਮਾਏ। ਝੂਠਾ ਮਾਨ ਕਹਾ ਕਰੈ, ਜਗ ਸੁਪਨੇ ਜਿਉ ਜਾਨ। ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਚਿੰਤਾ ਤਾਕੀ ਕੀਜੀਐ, ਜੋ ਅਨਹੋਨੀ ਹੋਏ। ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਫਰੀਦਾ ਦਰਿਆਵੇ ਕੰਨੈ ਬਗਲਾ, ਬੈਠਾ ਕੇਲ ਕਰੇ। ਕੇਲ ਕਰੇਂਦੇ ਹੰਝਨੋ, ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ। ਜੋ ਮਨ ਚਿਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਜਦੋਂ ਬਾਜ ਪਾਏ ਤਿਸ ਰੱਬ ਦੇ, ਸੱਜਣ ਸਾਥੋਂ ਦੂਰ ਤੁਰ ਗਏ। ਜਦੋਂ ਬਾਜ ਪਾਏ ਤਿਸ ਰੱਬ ਦੇ, ਸੱਜਣ ਸਾਥੋਂ ਦੂਰ ਤੁਰ ਗਏ। ਬਾਜ ਪਾਏ ਤਿਸ ਰੱਬ ਦੇ, ਸੱਜਣ ਸਾਥੋਂ ਦੂਰ ਤੁਰ ਗਏ। ਜਦੋਂ ਬਾਜ ਪਏ ਤਿਸ ਰੱਬ ਦੇ, ਸੱਜਣ ਸਾਥੋਂ ਦੂਰ ਤੁਰ ਗਏ। ਜਦੋਂ ਬਾਜ ਪਏ ਤਿਸ ਰੱਬ ਦੇ, ਸੱਜਣ ਸਾਥੋਂ ਦੂਰ ਤੁਰ ਗਏ। ਬਾਜ ਪਏ ਤਿਸ ਰੱਬ ਦੇ, ਦੂਰ ਤੁਰ ਗਏ। ਜਦੋਂ ਬਾਜ ਪਏ ਤਿਸ ਰੱਬ ਦੇ, ਸੱਜਣ ਸਾਥੋਂ ਦੂਰ ਤੁਰ ਗਏ। ਜਦੋਂ ਬਾਜ ਪਏ ਤਿਸ ਰੱਬ ਦੇ, ਸੱਜਣ ਸਾਥੋਂ ਦੂਰ ਤੁਰ ਗਏ।
साथों जी दूर तुर गए, सजन साथों जी दूर तुर गए। सजन साथों जी दूर तुर गए, सजन साथों जी सदा लई दूर तुर गए। जदों बाज पए तिस रब दे, सजन साथों दूर तुर गए। जदों बाज पए तिस रब दे, सजन साथों दूर तुर गए। जदों बाज पए तिस रब दे, सजन साथों दूर तुर गए। जदों बाज पए तिस रब दे, सजन साथों दूर तुर गए। बाज पए तिस रब दे, सजन साथों दूर तुर गए। जदों बाज पए तिस रब दे, सजन साथों दूर तुर गए। दीन दुनिया दे मालक ਸਾਹਿਬ श्री गुरु ग्रंथ साहब महाराज जी की पावन हजूरी विच बहुत ही सत्कारयोग भाई साहब भाई मलकीत सिंह जी, जिन्हां नूं प्यार दे विच समुच्चा परिवार संबंधी मक्खण सिंह कह के बुलाउंदे सी। पिछले दिनां दे विच अकाल पुरख वाहिगुरू परमेश्वर जी के भाणे के अनुसार जितनी सुआसां की पूंजी प्राप्त हुई सी, मातलोक की यात्रा पूरी करते हुए अपने समुचे औलख परिवार, नगर की संगत, रिश्तेदार, सके संबंधी छोटे वड्डियां नूं शरीर करके सदीव काल का विछोड़ा दे गए। दुख की घड़ी विच औलख परिवार दे नाल दुख वंडाउण वास्ते दुखां दी मलम लेके पहुँचे अते पहुँच रहे गुरु पातशाह जी की पावन हजूरी विच गुरबाणी, गुर इतिहास, गुरमत विचारां सरवण करन वास्ते पहुँचे अते पहुँच रहे परम सत्कारयोग गुरमुख प्यारे सतसंगी जनों, सब तो पहलां सतगुरां दे पावन बचन हन, जिस नाल जोर ना चलई खले कीचै अरदास। जिस वाहिगुरू दे अगे साडा तुहाडा कोई जोर नहीं है, उस वाहिगुरू परमेश्वर के चरनां विच अरदास बेनती शोभदी है। सब तो पहला मन चित्त की एकाग्रता वास्ते सतगुरां दे प्यार सत्कार विच सरबत संगत माई भाई शरदा भावना प्रेम सत्कार नाल आखो जी वाहिगुरू जी का खालसा वाहिगुरू जी की फतेह। जिथों तक पंजां तत्तां दे शरीर की गल है, वाहिगुरू परमेश्वर ने त्रुठ के गुर सेवा ते भगत कमाई, तब ये मानस देही पाई। तरस खा के त्रुठ के बख्शिश करके आपां सारिआं नूं ये मनुखा शरीर दिता है। मनुखा शरीर की कीमत जे आपां पुछना करिए तां सतगुरां ने गुरबाणी विच मनुखा शरीर नूं बड़ी अमोलक दात, बड़ी दुर्लभ वस्तु दस्सिया है। कबीर मानस जन्म दुलंभ है, क्योंकि इहदा इक्को ही एक कारण है,
ਵੀ ਕੋਈ ਵਸਤੂ ਆਪਣੇ ਕੋਲੋਂ ਵਿਛੜ ਜਾਵੇ, ਮੰਨ ਲਓ ਉਦਾਹਰਣ ਦੇ ਤੌਰ 'ਤੇ ਆਪਾਂ ਨੂੰ ਕਦੇ ਕੋਈ ਗੱਡੀ ਵੇਚਣੀ ਪੈ ਜਾਂਦੀ ਹੈ, ਮੋੜ ਕੇ ਗੱਡੀ ਹੋਰ ਲੈ ਆਉਂਦੇ ਹਾਂ, ਵਿਹੜੇ ਵਿੱਚ ਖੜੀ ਹੁੰਦੀ ਹੈ, ਪਰ ਇਹਨੂੰ ਅਗਲੇ ਬਚਨਾਂ ਵਿੱਚ ਕਹਿੰਦੇ ਹੋਏ ਨਾ ਬਾਰੈ ਬਾਰ। ਇੱਕ ਵਾਰ ਜਿਹਦਾ ਇਹ ਸਰੀਰ ਤੁਰ ਗਿਆ ਸੰਸਾਰ ਤੋਂ ਨਾ, ਉਹਨੂੰ ਮੁੜ ਕੇ ਫਿਰ ਇਹ ਛੇਤੀ ਮਿਲਦਾ ਨਹੀਂ ਹੈ। ਇਹ ਸਰੀਰ ਮਿਲਣ ਦੀ ਜਿਹੜੀ ਗੱਲ ਦੱਸੀ ਹੋਈ ਹੈ ਨਾ ਸਤਿਗੁਰਾਂ ਨੇ, ਉਹ ਦਿਨਾਂ ਦੀ, ਹਫ਼ਤਿਆਂ ਦੀ ਜਾਂ ਮਹੀਨਿਆਂ ਦੀ, ਸਾਲਾਂ ਦੀ ਗੱਲ ਨਹੀਂ ਕੀਤੀ ਹੋਈ। ਇਹ ਜਿਹੜਾ ਆਪਾਂ ਨੂੰ ਸਰੀਰ ਮਿਲਿਆ ਨਾ, ਦੁਰਲੱਭ ਕਿਉਂ ਹੈ? ਇਹ ਸਰੀਰ ਆਪਾਂ ਨੂੰ ਯੁੱਗਾਂ ਤੋਂ ਬਾਅਦ ਮਿਲਿਆ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਆਪਾਂ ਆਖਦੇ ਹਾਂ ਨਾ ਕਈ ਵਾਰ, ਆਪਣੀ ਪੰਜਾਬੀ ਠੇਠ ਬੋਲੀ ਹੈ ਵੀ ਤੈਨੂੰ ਤਾਂ ਮਿਲੇ ਨੂੰ ਜੁਗੜੇ ਹੋ ਗਏ। ਜੁਗੜੇ ਦਾ ਭਾਵ ਯੁੱਗ ਹੁੰਦਾ ਹੈ। 4 ਹੀ ਯੁੱਗ ਨੇ ਨਾ, ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਇਹੋ ਜਿਹੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇਹੋ ਜਿਹੇ ਬਹੁਤ ਯੁੱਗ ਘੁੰਮ ਕੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਬਿਲਕੁਲ ਜਦੋਂ ਹਾਰ ਗਿਆ ਬੰਦਾ ਕਹਿੰਦਾ ਫਿਰ ਸਤਿਗੁਰੂ ਜੀ ਹੁਣ ਤਾਂ ਬਖਸ਼ ਲਓ। ਫਿਰ ਮਹਾਰਾਜ ਜੀ ਕਹਿੰਦੇ ਮਾਨਸ ਦੇ ਲਹੀ, ਫਿਰ ਆ ਮਨੁੱਖਾ ਸਰੀਰ ਆਪਾਂ ਨੂੰ ਮਿਲਿਆ। ਇਸ ਕਰਕੇ ਇਹ ਦੁਰਲੱਭ ਹੈ। ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੈ ਬਾਰ। ਜਿਉਂ ਬਨ ਫਲ ਪਾ ਕੇ ਭੋਏ ਗਿਰਹਿ, ਬਾਹਰ ਨਾ ਲੱਗਹਿ ਡਾਰ। ਜਿਵੇਂ ਦਰਖਤ ਨੂੰ ਲੱਗਿਆ ਫਲ ਇੱਕ ਵਾਰੀ ਟੁੱਟ ਕੇ ਡਿੱਗ ਪਵੇ ਤੇ ਉਹਦਾ ਦੁਬਾਰਾ ਟਾਹਣੀ ਦੇ ਨਾਲ ਕੋਈ ਸਲੋਚਣ ਲੈ ਕੇ, ਕੋਈ ਗੂੰਦ ਲੈ ਕੇ ਉਹਨੂੰ ਆਪਾਂ ਲਾ ਸਕਦੇ ਹਾਂ, ਪਰ ਉਹਦੇ ਵਿੱਚ ਉਹ ਚਮਕ, ਉਹ ਹਰਿਆਲੀ ਨਹੀਂ ਆ ਸਕਦੀ, ਕਿਉਂਕਿ ਉਹ ਆਪਣੇ ਮੂਲ ਦੇ ਨਾਲੋਂ ਟੁੱਟ ਚੁੱਕਿਆ ਹੈ। ਬਿਲਕੁਲ ਉਵੇਂ ਇਹ ਸਰੀਰ, ਕਿਤੇ ਇਹਦੇ ਵਿੱਚੋਂ ਸਵਾਸਾਂ ਦੀ ਪੂੰਜੀ ਮੁੱਕ ਜਾਵੇ, ਬਸ ਫਿਰ ਕਹਾਣੀ ਖਤਮ ਹੈ। ਸਰੀਰ ਦੀ, ਆਤਮਾ ਦੀ ਕਹਾਣੀ ਨਹੀਂ ਖਤਮ ਹੈ, ਜੋਤ ਦੀ ਕਹਾਣੀ ਨਹੀਂ ਖਤਮ, ਸਰੀਰ ਦੀ ਕਹਾਣੀ ਖਤਮ ਹੈ। ਕਿਉਂਕਿ ਫਿਰ ਇਹਦੇ 2-3 ਸਾਧਨ ਨੇ, ਜਾਂ ਅੱਗ ਵਿੱਚ ਜਲਾ ਦੇਣਾ, ਜਾਂ ਧਰਤੀ ਵਿੱਚ ਦੱਬ ਦੇਣਾ, ਜਾਂ ਪਾਣੀ ਵਿੱਚ ਰੋੜ ਦੇਣਾ। ਜੇ ਇਹ ਤਿੰਨੋਂ ਹੀ ਨਾ ਕਰੀਏ ਤਾਂ ਇਹਨੇ ਵੈਸੇ ਵੀ ਗਲ ਹੀ ਜਾਣਾ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਫਿਰ ਕਿਉਂਕਿ ਸਵਾਸਾਂ ਤੋਂ ਬਿਨਾਂ ਇਹ ਰਹਿ ਨਹੀਂ ਸਕਦਾ, ਸਵਾਸ ਹੀ ਨੇ। ਫਿਰ ਸਾਧ ਸੰਗਤ ਇਹ ਵੀ ਦੱਸਿਆ ਵੀ ਜਿੱਥੇ ਸਰੀਰ ਦੀ ਬਹੁਤ ਵੱਡੀ ਕੀਮਤ ਹੈ, ਉੱਥੇ ਸਰੀਰ ਦਾ ਸਭ ਤੋਂ ਵੱਡਾ ਸੰਬੰਧ ਹੈ ਸਵਾਸਾਂ ਦੇ ਨਾਲ। ਵੇਖੋ, ਆਪਾਂ ਘਰਾਂ ਦੇ ਵਿੱਚ ਮਸ਼ੀਨਰੀਆਂ ਰੱਖਦੇ ਹਾਂ, ਆਪਣੇ ਘਰਾਂ ਵਿੱਚ ਗੱਡੀਆਂ, ਟਰੈਕਟਰ ਨੇ। ਕਿਤੇ ਟਰੈਕਟਰ ਦਾ ਇੱਕ ਟਾਇਰ ਪੈਂਚਰ ਹੋ ਜਾਂਦਾ ਤੇ ਉਹਨੂੰ ਆਪਾਂ 3 ਟਾਇਰਾਂ 'ਤੇ ਲੈ ਚੱਲਦੇ ਹਾਂ। ਉਹਦੀ ਕਿਤੇ ਗੇਅਰ ਦੀ ਗਰਾਰੀ ਖਰਾਬ ਹੋ ਗਈ ਤੇ ਆਪਾਂ ਵੱਡੇ ਜਾਂ ਛੋਟੇ ਗੇਅਰ ਵਿੱਚ ਉਹਨੂੰ ਮਿਸਤਰੀ ਦੀ ਦੁਕਾਨ ਤੱਕ ਲਈ ਜਾਂਦੇ ਹਾਂ। ਹੋਰ ਵੀ ਕੋਈ ਫਾਲਟ ਆ ਗਿਆ, ਮੰਨ ਲਓ 2 ਲਾਈਟਾਂ ਲੱਗੀਆਂ ਨੇ ਟਰੈਕਟਰ ਦੇ, ਇੱਕ ਲਾਈਟ ਫੁੱਟ ਜਾਂਦੀ ਹੈ, ਇੱਕ ਲਾਈਟ ਨਾਲ ਆਪਾਂ ਸਾਰ ਲੈਂਦੇ ਹਾਂ ਵੀ ਕੰਮ ਹੀ ਸਾਰਨਾ, ਸਰ ਜਾਂਦਾ ਕਹਿਣ ਤੋਂ ਭਾਵ। ਇਸੇ ਤਰ੍ਹਾਂ ਇਹ ਸਰੀਰ ਹੈ। ਸਰੀਰ ਦਾ ਕੋਈ ਅੰਗ ਕੱਟ ਗਿਆ, ਮੰਨ ਲਓ ਇੱਕ ਹੱਥ ਕੱਟ ਗਿਆ ਤੇ ਇੱਕ ਹੱਥ ਨਾਲ ਵੀ ਸਰ ਜਾਂਦਾ ਹੈ। ਦੋਨੇ ਹੱਥ ਵੀ ਬਹੁਤ ਲੋਕਾਂ ਦੇ ਕੱਟੇ ਹੋਏ ਨੇ, ਫਿਰ ਵੀ ਸਰ ਜਾਂਦਾ ਹੈ। ਦੋਨੇ ਲੱਤਾਂ ਵੀ ਕੱਟ ਗਈਆਂ, ਨਾਲ ਦੋ ਬਾਹਾਂ ਕੱਟ ਗਈਆਂ, 2 ਲੱਤਾਂ ਕੱਟ ਗਈਆਂ, ਫਿਰ ਵੀ ਮਨੁੱਖ ਜਿਉਂਦਾ ਰਹਿ ਸਕਦਾ ਹੈ। ਅੱਖਾਂ ਦੀ ਲਾਈਟ ਚਲੀ ਗਈ, ਫਿਰ ਵੀ ਸਰ ਸਕਦਾ। ਇਹਨੂੰ ਕਿੰਨਾ ਆਪਾਂ ਸਮਝਣ ਵਾਸਤੇ ਵਧਾ ਲਈਏ, ਸਰ ਜਾਂਦਾ ਹੈ। ਪਰ ਸਰੀਰ ਵਿੱਚੋਂ ਸਵਾਸ ਨਿਕਲ ਜਾਣ, ਸਾਰੇ ਅੰਗ ਕਾਇਮ ਹੋਣ, ਇਹ ਨਾ ਅੱਖਾਂ ਵੇਖਣਗੀਆਂ ਤੇ ਨਾ ਕੰਨ ਸੁਣਨਗੇ, ਨਾ ਰਸ ਨਾ ਬੋਲੇਗੀ, ਨਾ ਹੱਥ ਹਰਕਤ ਕਰਨਗੇ, ਨਾ ਪੈਰ ਹਰਕਤ ਕਰਨਗੇ। ਬਹੁਤ ਜਿਹੜੀ ਅਮੋਲਕ ਪੂੰਜੀ ਹੈ ਸਵਾਸਾਂ ਦੀ। ਇਹਨਾਂ ਸਵਾਸਾਂ ਨੂੰ ਹੀ ਸਤਿਗੁਰਾਂ ਨੇ ਸਾਨੂੰ ਉਹ ਬਚਨ ਕੀਤੇ ਨੇ ਵੀ ਮਨੁੱਖ ਸੰਸਾਰ 'ਤੇ ਆਇਆ ਸੀ ਮਨੁੱਖਾ ਜੀਵਨ ਦੀ ਬਾਜੀ ਜਿੱਤਣ ਵਾਸਤੇ, ਪਰ ਇਹ ਸੰਸਾਰ ਦੇ ਵਿੱਚ ਐਸੀ ਜਕੜ ਵਿੱਚ ਆ ਗਿਆ, ਇਹ ਟਾਲ ਮਟੋਲ ਕਰਨ ਲੱਗ ਗਿਆ। ਸਪਸ਼ਟ ਬਚਨ ਲਿਖੇ ਹੋਏ ਨੇ। ਜਿਹੜਾ ਕੰਮ ਸਾਨੂੰ ਕਰਨਾ ਚਾਹੀਦਾ ਸੀ, ਜਿਵੇਂ ਇੱਕ ਮਾਪੇ ਆਪਣੇ ਧੀ ਪੁੱਤ ਨੂੰ ਆਖਦੇ ਨੇ ਬੇਟਾ ਆਹ ਕੰਮ ਕਰ, ਤੇ ਬੱਚਾ ਕਰੇ ਟਾਲ ਮਟੋਲ। ਹੁਣ ਮਾਪੇ ਭੁੱਲੇ ਹੁੰਦੇ ਨੇ ਉਸ ਗੱਲ ਨੂੰ, ਮਾਪਿਆਂ ਨੂੰ ਪਤਾ ਚੱਲ ਜਾਂਦਾ ਵੀ ਇਹ ਬੱਚਾ ਟਲ ਰਿਹਾ। ਉੱਥੇ ਸਤਿਗੁਰਾਂ ਨੇ ਸਾਡਾ ਸਿਟੀ ਸਕੈਨ ਕੀਤਾ ਹੋਇਆ ਗੁਰਬਾਣੀ ਵਿੱਚ, ਫਿਰ ਕਹਿ ਦਿੱਤਾ
ਜਦੋਂ ਇਹਨੂੰ ਆਖਿਆ ਵੀ ਤੇਰਾ ਅੰਮ੍ਰਿਤ ਛਕਣ ਦਾ ਵੇਲਾ ਹੈ, ਇਹ ਟਾਲ ਮਟੋਲ ਕਰਨ ਲੱਗਿਆ। ਜਦੋਂ ਇਹਨੂੰ ਆਖਿਆ ਤੇਰਾ ਨਾਮ ਜਪਣ ਦਾ ਵੇਲਾ ਹੈ, ਇਹ ਟਾਲ ਮਟੋਲ ਕਰਨ ਲੱਗਿਆ। ਜਦੋਂ ਇਹਨੂੰ ਆਖਿਆ ਵੀ ਤੇਰਾ ਸੇਵਾ ਕਰਨ ਦਾ ਵੇਲਾ ਹੈ, ਗੁਰੂ ਘਰ ਜਾਇਆ ਕਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨੀ ਲੱਗ, ਇਹ ਟਾਲ ਮਟੋਲ ਕਰਨ ਲੱਗਿਆ। ਫਿਰ ਬਾਬਾ ਕਬੀਰ ਜੀ ਨੇ ਆਪਣਾ ਸਲੋਕ ਲਿਖ ਦਿੱਤਾ ਗੁਰਬਾਣੀ ਵਿੱਚ। ਕੀ ਲਿਖਿਆ? ਕਬੀਰ ਟਾਲੈ ਟੋਲੈ ਦਿਨ ਗਿਆ। ਭਾਵ ਜਿਹੜਾ ਦਿਨ ਰੂਪੀ ਉਮਰ ਸਾਨੂੰ ਮਿਲੀ ਸੀ, ਮਹਾਰਾਜ ਜੀ ਕਹਿੰਦੇ ਉਹ ਇਹਦੀ ਟਾਲ ਮਟੋਲ ਕਰਦੇ ਦੀ ਲੰਘਦੀ ਜਾਂਦੀ ਹੈ। ਇਹ ਬਹਾਨੇਬਾਜ਼ੀ ਕਰਦਾ ਗਿਆ, ਅਜੇ ਨਹੀਂ ਜੀ, ਵੇਖਾਂਗੇ ਜੀ, ਕੀ ਲੋੜ ਪਈ ਹੈ, ਬੜਾ ਕੁਝ ਕਹਿੰਦਾ ਬੰਦਾ। ਕਹਿੰਦੇ ਇਉਂ ਕਰਦਿਆਂ ਕਰਦਿਆਂ ਔਧ ਘਟੈ ਦਿਨ ਸ ਰਹਿਣ ਆਰੇ। ਦਿਨ ਰਾਤ ਕਰਕੇ ਇਹਦੀ ਉਮਰ ਘਟਦੀ ਗਈ, ਇਹਨੂੰ ਪਤਾ ਨਹੀਂ ਚੱਲਿਆ। ਜਿਹੜਾ ਕਾਜ ਸਵਾਰਨਾ ਸੀ ਉਹ ਕਾਜ ਇਹਦਾ ਵਿਗੜ ਗਿਆ, ਕਿਸੇ ਨੇ ਹੋਰ ਨਹੀਂ ਵਿਗਾੜਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹਿਲਾਂ ਮੈਨੂੰ ਆਖਦੇ ਨੇ, ਫਿਰ ਤੁਹਾਨੂੰ ਸਾਰਿਆਂ ਨੂੰ ਆਖਦੇ ਨੇ। ਕੀ ਆਖਦੇ ਨੇ? ਜਾਨ ਬੂਝ ਕੇ ਬਾਵਰੇ। ਆਪਾਂ ਜਿਵੇਂ ਕਹਿ ਦਈਏ ਨਾ, ਕੋਈ ਬੰਦਾ ਅੱਗੋਂ ਆਪਾਂ ਨੂੰ ਆਖੇ ਬਈ ਜੀ ਆਹ ਤਾਂ ਕੰਮ ਵਿਗੜਿਆ ਪਿਆ, ਤੇ ਆਪਾਂ ਉਹ ਵੇਖਦੇ ਹੋਈਏ ਵੀ ਇਹਨੇ ਜਾਣ ਕੇ ਵਿਗਾੜਿਆ, ਤੇ ਅੱਗੋਂ ਆਪਾਂ ਕੀ ਆਖਾਂਗੇ ਵੀ ਕੋਈ ਗੱਲ ਨਹੀਂ, ਵਿਗੜ ਗਿਆ। ਆਪਣਾ ਇਹੋ ਹੀ ਜਵਾਬ ਹੋ ਗਿਆ ਨਾ ਵੀ ਅੱਖਾਂ ਦੇ ਸਾਹਮਣੇ ਤੂੰ ਆਪ ਵਿਗਾੜਿਆ, ਆਖਦਾ ਕਿਹਨੂੰ ਹੈ? ਤੇ ਉਹੀ ਬਚਨ ਕਹਿ ਰਹੇ ਨੇ ਮਹਾਰਾਜ, ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾੜਿਓ। ਮੈਨੂੰ ਆਖਦੇ ਨੇ, ਕਹਿੰਦੇ ਤੂੰ ਜਾਣ ਬੁੱਝ ਕੇ ਕਾਜ ਵਿਗਾੜਿਆ। ਆਪਣੀ ਜ਼ਿੰਦਗੀ ਦਾ, ਆਪਣੀ ਲਾਈਫ ਦਾ ਕਾਜ ਵਿਗਾੜਨ ਦਾ ਜ਼ਿੰਮੇਵਾਰ ਮੈਨੂੰ ਕਹਿੰਦੇ ਤੂੰ ਖੁਦ ਹੈ। ਇਸੇ ਤਰ੍ਹਾਂ ਤੁਹਾਨੂੰ ਕਹਿ ਰਹੇ ਨੇ ਸਾਰਿਆਂ ਨੂੰ। ਫਿਰ ਕਿਉਂ ਵਿਗਾੜਿਆ ਮਹਾਰਾਜ? ਸਾਨੂੰ ਪਤਾ ਨਹੀਂ ਚੱਲਿਆ ਕਿਵੇਂ ਵਿਗੜਿਆ। ਇੱਕੋ ਹੀ ਸ਼ਬਦ ਵਿੱਚ ਸਾਰੀ ਗੱਲ ਨਿਬੇੜ ਦਿੱਤੀ ਮੇਰੇ ਮਾਲਕ ਨੇ। ਕੀ ਆਖਿਆ? ਪਾਪ ਕਰਤ ਸੁਕੱਚਿਓ ਨਹੀਂ। ਕਹਿੰਦੇ ਪਾਪ ਕਰਦਾ ਸੰਗੇ ਹੀ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੱਸ ਦਿੱਤਾ, ਕੋਈ ਲਕੋ ਹੈ? ਪਾਪ ਕਰਤ ਸੁਕੱਚਿਓ ਨਹੀਂ, ਨਹਿ ਗਰਭ ਨਿਵਾਰਿਓ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ। ਆ ਪਾਪ ਰਾਮ ਭਗਤ ਨਹਿ ਕੀਨੀ। ਉਹ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਭਗਤੀ ਤਾਂ ਕੀਤੀ ਹੋਈ ਨਹੀਂ। ਪਰ ਦਾਰਾ ਦਾ ਅਰਥ ਪਤਾ? ਦਾਰਾ ਦਾ ਅਰਥ ਹੈ ਇਸਤਰੀ, ਪਰਾਏ ਰੰਗ ਰੂਪ। ਵਿਸ਼ੇ ਵਿਕਾਰਾਂ ਦੇ ਖੂਹ ਦੇ ਵਿੱਚੋਂ ਨਿਕਲਣਾ ਸੀ, ਪਰ ਡਿੱਗਦਾ ਹੀ ਗਿਆ, ਡਿੱਗਦਾ ਹੀ ਗਿਆ। ਫਿਰ ਲਿਖ ਦਿੱਤਾ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ। ਮਹਾਰਾਜ ਜੀ ਕਹਿੰਦੇ ਮਨੁਆ ਦਹਿ ਦਿਸ ਧਾਮ ਦਾ, ਉਹ ਕੈਸੇ ਹਰ ਗੁਣ ਗਾਵੇ। ਮਨ ਤਾਂ ਟਿਕ ਕੇ ਨਹੀਂ ਬੈਠਦਾ, ਮਨ ਤਾਂ ਦਸੇ ਦਿਸ਼ਾਂ ਦੇ ਵਿੱਚ ਭੱਜਿਆ ਫਿਰਦਾ, ਮਨ ਤਾਂ ਭਟਕ ਚੁੱਕਿਆ। ਦੁਨੀਆ ਦੀ ਦੇਖਾ ਦੇਖੀ ਦੇ ਵਿੱਚ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੈ ਨਈ ਬਹਾਨ। ਜੋ ਜੋ ਵੰਝੈ ਡੀਹੜਾ ਸੋ ਉਮਰ ਹੱਥ ਪਵਨ। ਆ ਸੰਸਾਰ ਸਾਰਾ ਵਾਹਿਗੁਰੂ ਦੀਆਂ ਮਿੱਠੀਆਂ ਖਜੂਰਾਂ ਨੇ। ਮਾਖਿਆ, ਮਾਖਿਆ ਦਾ ਅਰਥ ਹੈ ਸ਼ਹਿਦ, ਮਖਿਆਲ, ਮਿੱਠਾ। ਕਹਿੰਦੇ ਇੱਥੇ ਮਖਿਆਲ ਵਰਗੀਆਂ ਮਿੱਠੀਆਂ ਨਦੀਆਂ ਵਹਿ ਰਹੀਆਂ ਨੇ ਵਿਸ਼ੇ ਵਿਕਾਰਾਂ ਦੀਆਂ, ਰੱਬ ਦੀਆਂ ਪੱਕੀਆਂ ਖਜੂਰਾਂ। ਉਹਦੇ ਵਿੱਚ ਬੰਦਾ ਉਲਝ ਗਿਆ, ਪਤਾ ਨਹੀਂ ਸੀ ਵੀ ਕਿਵੇਂ ਵਰਤੀਂਦਾ। ਜੇ ਕਿਸੇ ਚੀਜ਼ ਦੀ ਵਰਤੋਂ ਨਾ ਕਰਨੀ ਆਵੇ ਨਾ, ਤਾਂ ਫਿਰ ਉਹ ਚੀਜ਼ ਸਾਨੂੰ ਨਫੇ ਦੀ ਥਾਂ 'ਤੇ ਨੁਕਸਾਨ ਪਹੁੰਚਾ ਦਿੰਦੀ ਹੈ, ਜੇ ਵਰਤੋਂ ਨਾ ਕਰਨੀ ਆਵੇ। ਜੇ ਵਰਤੋਂ ਕਰਨੀ ਆ ਜਾਵੇ ਤਾਂ ਚੀਜ਼ ਹੈ ਜਿਹੜੀ ਉਹ ਫਾਇਦਾ ਪਹੁੰਚਾ ਦਿੰਦੀ ਹੈ। ਸੰਸਾਰ ਸਾਜਿਆ ਤਾਂ ਇਸੇ ਤਰ੍ਹਾਂ ਸੀ, ਵਾਹਿਗੁਰੂ ਨੇ ਵੀ ਇਹਦੇ ਵਿੱਚ ਵਿਚਰ ਕੇ ਤੂੰ ਆਪਣੀ 4 ਦਿਨਾਂ ਦੀ ਖੇਡ ਤੈਨੂੰ ਆਲਣੇ ਬਣਾ ਕੇ ਦੇ ਦਿੱਤੇ, ਛੋਟੇ ਵੱਡੇ ਮਕਾਨ, ਇਹਨਾਂ ਦੇ ਵਿੱਚ ਅਟਕ ਕੇ ਤੂੰ ਵਾਹਿਗੁਰੂ ਦੀ ਭਗਤੀ ਕਰੀ, ਬੰਦਗੀ ਕਰੀ। ਉਹ ਤਾਂ ਪਰਦਾਰਾ ਨਿੰਦਿਆ ਰਸ ਰਚਿਓ, ਨਿੰਦਿਆਂ ਦੇ ਰਸ ਲੈਂਦਾ, ਪਾਪ ਕਰਦਾ। ਰਾਮ ਭਗਤ ਨਹਿ ਕੀਨੀ। ਤੇ ਅਗਲਾ ਬਚਨ ਕੀ ਹੈ? ਮੁਕਤ ਪੰਥ ਜਾਣਿਓ ਤੈ ਨਾਹਿਨ। ਪੰਥ ਦਾ ਭਾਵ ਹੈ ਰਸਤਾ। ਮੁਕਤੀ ਵਾਲੇ ਰਸਤੇ ਤਾਂ ਮਨੁੱਖ ਪਿਆਈ ਨਹੀਂ, ਕੋਈ ਟਾਵੇਂ, ਕੋਈ ਵਿਰਲਾ ਹੈਨ ਵਿਰਲੇ ਨਾ ਹੀ ਘਣੇ। ਮਹਾਰਾਜ ਨੇ ਬੜਾ ਸੋਹਣਾ ਲਿਖਿਆ ਹੋਇਆ ਹੈ, ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਐਸੇ ਬਚਨ ਲਿਖੇ ਨੇ, ਸਤਿਗੁਰਾਂ ਨੇ ਤਸੱਲੀਆਂ ਕਰਵਾਈਆਂ ਪਈਆਂ ਨੇ ਗੁਰਬਾਣੀ ਦੇ ਵਿੱਚ। ਮਹਾਰਾਜ ਇਹ ਜੱਗ ਕੀ ਹੈ, ਇਹ ਸਾਰਾ ਸੰਸਾਰ ਕੀ ਹੈ? ਹੁਣ ਆਪਾਂ ਤਾਂ ਆਪਣੇ ਆਪ ਦੇ ਵਿੱਚ ਨਾ, ਅਸੀਂ ਵੀ ਤੁਸੀਂ ਵੀ ਚੌਧਰੀ ਬਣੇ ਫਿਰਦੇ, ਸਾਡੇ ਵਰਗਾ ਕਿਹੜਾ ਕੋਈ ਹੈ ਦੁਨੀਆ ਤੇ? ਨਹੀਂ। ਪੁੱਛਿਆ ਮਹਾਰਾਜ ਇਹ ਸੰਸਾਰ ਕੀ ਹੈ? ਮਹਾਰਾਜ ਜੀ ਕਹਿੰਦੇ ਇਹ ਜੂਏਬਾਜ਼ ਨੇ ਸਾਰੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਆਪਣੇ ਕੋਲੋਂ ਕੁਝ ਨਹੀਂ ਆਖਣਾ, ਜੋ ਸਤਿਗੁਰਾਂ ਨੇ ਲਿਖਿਆ ਹੋਇਆ ਨਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਹੈ, ਤਾਂ ਕਿ
ਜਿਹੜੇ ਵਹਿਮ ਆਪਾਂ ਪਾਲ ਰਹੇ ਆ ਨਾ, ਸੁਪਨੇ ਵਰਗੇ ਸੰਸਾਰ ਵਿੱਚ ਰਹਿ ਕੇ, ਉਹਨਾਂ ਵਹਿਮਾਂ ਦੇ ਵਿੱਚੋਂ ਅਸੀਂ ਬਰੀ ਹੋ ਜਾਈਏ, ਮੁਕਤ ਹੋ ਜਾਈਏ। ਕਹਿੰਦੇ ਸਾਰੇ ਜੂਆ ਖੇਡਣ ਵਾਲੇ ਨੇ। ਜੂਆ ਕੌਣ ਖੇਡਦਾ ਹੁੰਦਾ ਭਲਾ? ਜਿਹਨੂੰ ਆਪਣੇ ਆਪ ਤੇ ਭਰੋਸਾ ਨਾ ਹੋਵੇ, ਜਿਹਨੂੰ ਆਪਣੀ ਕਮਾਈ ਤੇ ਆਪਣੇ ਕੰਮ ਤੇ ਭਰੋਸਾ ਨਾ ਹੋਵੇ। ਉਹ ਕਹਿੰਦਾ ਅੱਜ ਜੇ 100 ਰੁਪਈਆ ਕਮਾਇਆ, ਹੋਰ ਤਾਂ ਕੁਛ ਨਹੀਂ ਬਣਦਾ, ਜੂਏ ਤੇ ਲਾ ਦਿੰਦੇ ਆ, ਜੇ ਨਿਕਲ ਆਇਆ ਤਾਂ ਲੱਖ ਰੁਪਈਆ ਜਾਂ 10,000 ਨਿਕਲ ਆਇਆ ਤਾਂ ਗੱਲ ਬਣ ਜਾਣੀ ਹੈ, ਨਹੀਂ 100 ਵੀ ਗਿਆ। ਉਹਨੂੰ ਕਹਿੰਦੇ ਨੇ ਜੂਏਬਾਜ਼। ਹੁਣ ਮਹਾਰਾਜ ਨੇ ਲਿਖਿਆ ਇਹ ਜੂਏਬਾਜ਼ਾਂ ਦਾ ਜੱਗ ਹੈ। ਮਹਾਰਾਜ ਕਿਵੇਂ ਹੈ? ਐਸਾ ਜੱਗ ਦੇਖਿਆ ਜੁਆਰੀ। ਕਹਿੰਦੇ ਅਸੀਂ ਐਸਾ ਜੂਏਬਾਜ਼ਾਂ ਦਾ ਜੱਗ ਵੇਖਿਆ। ਮਹਾਰਾਜ ਇਹ ਜੂਏਬਾਜ਼ ਕਿਉਂ ਨੇ? ਕਹਿੰਦੇ ਸਭ ਸੁੱਖ ਮੰਗ ਹੈ। ਸਾਰੀ ਸੁੱਖ ਮੰਗਦੇ ਨੇ ਇੱਥੇ, ਹਰ ਇੱਕ ਬੰਦਾ ਸੁੱਖ ਮੰਗਦਾ। ਹੁਣ ਵੇਖੋ ਇਹ ਮਹਾਰਾਜ ਦੀ ਬੜੀ ਗੁੰਝਲਦਾਰ ਕਹਾਣੀ ਆ। ਇੰਨਾ ਕੁ ਨਹੀਂ ਵੀ ਲਿਖ ਦਿੱਤਾ ਤੇ ਉਹਦਾ ਸਪਸ਼ਟੀਕਰਨ ਨਹੀਂ ਦਿੰਦੇ ਮਹਾਰਾਜ, ਨਹੀਂ। ਹੁਣ ਕਹਿੰਦੇ ਸੁੱਖ ਨੂੰ ਸਮਝਣਾ ਬਹੁਤ ਔਖੀ ਗੱਲ ਹੈ। ਕਹਿੰਦੇ ਦੱਸੋ, ਬੱਚੇ ਦਾ ਜਨਮ ਹੋ ਗਿਆ, ਸਾਰਾ ਪਰਿਵਾਰ ਮਠਿਆਈਆਂ ਵੰਡਦਾ ਫਿਰਦਾ, ਢੋਲ ਵੱਜਦੇ ਨੇ, ਨੱਚਦੇ ਫਿਰਦੇ ਨੇ, ਇੱਥੋਂ ਤੱਕ ਸ਼ਾਮਾਂ ਨੂੰ ਫਿਰ ਜਿਹੜਾ ਕੁਛ ਹੁੰਦਾ ਆਪਣੇ ਘਰਾਂ ਵਿੱਚ ਆਪਾਂ ਨੂੰ ਪਤਾ ਹੀ ਹੈ। ਤੇ ਇਉਂ ਕਹਿੰਦੇ ਖੁਸ਼ੀਆਂ ਮਨਾਉਂਦਾ। ਹੁਣ ਕਹਿੰਦੇ ਇਹਨੂੰ ਇਹ ਨਹੀਂ ਪਤਾ ਸੁੱਖ ਮੰਗਿਆ ਇਹਨੂੰ ਮਿਲ ਗਿਆ, ਇਹਨੂੰ ਇਹ ਨਹੀਂ ਪਤਾ ਵੀ ਜਿਹਦਾ ਜਨਮ ਹੋਇਆ ਜਨਮੰ ਤਾਂ ਮਰਨੰ। ਕਹਿੰਦੇ ਜਿਹਦਾ ਜਨਮ ਹੋਇਆ ਉਹਦੀ ਮੌਤ ਅਵਸ਼ ਹੈ। ਹੁਣ ਇਹਨੇ ਜਨਮ ਨੂੰ ਤਾਂ ਸਮਝ ਲਿਆ, ਮੌਤ ਨੂੰ ਕਿਵੇਂ ਸਮਝੇਗਾ? ਜਦੋਂ ਹੁਣ ਉਹਦੀ ਮੌਤ ਹੋਣੀ ਹੈ ਫਿਰ ਸੁੱਖ ਕਿਵੇਂ ਰਹੇਗਾ ਵਿਹੜੇ ਦੇ ਵਿੱਚ? ਇਹ ਭੈਣ ਭਰਾ ਨੇ, ਚਾਰ ਚੀਜ਼ਾਂ। ਦੋ ਤਾਂ ਸਕੇ ਭਰਾ ਨੇ, ਦੁੱਖ ਤੇ ਸੁੱਖ। ਸਕੀਆਂ ਭੈਣਾਂ ਨੇ, ਖੁਸ਼ੀ ਤੇ ਗਮੀ। ਜਿਹੜੇ ਘਰ ਵਿੱਚ ਸੁੱਖ ਆ ਗਿਆ, ਮਹਾਰਾਜ ਕਹਿੰਦੇ ਭਰਾ ਕੋਲੇ ਭਰਾ ਨੇ ਆਉਣਾ, ਉਹਦੇ ਕੋਲੇ ਦੁੱਖ ਨੇ ਆਉਣਾ ਹੀ ਆਉਣਾ। ਜਿਹੜੇ ਘਰ ਵਿੱਚ ਖੁਸ਼ੀ ਭੈਣ ਆ ਗਈ, ਉਸ ਘਰ ਵਿੱਚ ਗਮੀ ਭੈਣ ਨੇ ਆਉਣਾ ਹੀ ਆਉਣਾ। ਫਿਰ ਕਹਿੰਦੇ ਹੁਣ ਇਹਦੇ ਕੋਲੇ ਸੁੱਖ ਕਿੱਥੋਂ ਰਹਿ ਜੂਗਾ ਸਾਰੀ ਜ਼ਿੰਦਗੀ? ਇਹ ਤਾਂ ਭੈਣ ਤੇ ਭਰਾ ਜਿੱਥੇ ਹੈਗੇ, ਭੈਣਾਂ ਕੋਲੇ ਭੈਣਾਂ ਆਉਂਦੀਆਂ, ਭਰਾਵਾਂ ਕੋਲੇ ਭਰਾ ਆਉਂਦੇ ਨੇ। ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ। ਹਰਖੰ ਦਾ ਅਰਥ ਹੈ ਖੁਸ਼ੀ, ਸੋਗ ਦਾ ਅਰਥ ਹੈ ਗਮੀ। ਕਹਿੰਦੇ ਜਿਹੜੇ ਵਿਹੜੇ ਵਿੱਚ ਖੁਸ਼ੀ ਆ ਗਈ ਨਾ, ਜਿਸ ਵਿਹੜੇ ਵਿੱਚ ਕਦੇ ਫੁੱਲਾਂ ਨਾਲ ਲੱਦੀ ਗੱਡੀ ਖੜੀ ਹੈ, ਬਾਜੇ ਵੱਜਦੇ ਨੇ, ਮਾਮੇ ਭਾਣਜਿਆਂ ਨੂੰ ਚੌਂਕੀ ਤੋਂ ਉਤਾਰਦੇ ਨੇ, ਸਿਹਰੇ ਬੰਨ੍ਹ ਕੇ ਬੱਚਾ ਘਰੋਂ ਨਿਕਲਦਾ, ਵਿਆਹੁਣ ਵਾਸਤੇ ਸੰਯੋਗ ਬਣਦਾ ਹੈ ਨਾ। ਕਹਿੰਦੇ ਯਾਦ ਰੱਖੋ ਉਸ ਵੇਲੇ ਇਹ ਗੱਲ ਚੇਤੇ ਹੋਣੀ ਚਾਹੀਦੀ ਹੈ, ਇੱਕ ਦਿਨ ਇਸ ਵਿਹੜੇ ਦੇ ਵਿੱਚ ਅਰਥੀ ਨੇ ਵੀ ਆਉਣਾ ਹੈ, ਕਿਉਂਕਿ ਸੰਯੋਗ ਬਣ ਗਿਆ, ਵਿਛੋੜਾ ਹੋਣਾ ਹੀ ਹੋਣਾ ਹੈ, ਪੱਕਾ ਹੈ। ਕਦੋਂ ਹੋਣਾ ਹੈ, ਕਿਵੇਂ ਹੋਣਾ ਹੈ, ਕਿੱਥੇ ਹੋਣਾ ਹੈ, ਵਾਹਿਗੁਰੂ ਆਪ ਜਾਣਦਾ ਹੈ, ਆਪ ਪਰਮੇਸ਼ਰ ਜਾਣਦਾ ਹੈ। ਪਰ ਇਹ ਗੱਲ ਅਟੱਲ ਸਚਾਈ ਹੈ, ਜਿਸ ਕੀ ਪੁੱਜੈ ਔਧ ਤਿਸੈ ਕੌਣ ਰਾਖਈ। ਜਿਹਦੀ ਕਹਿੰਦੇ ਉਮਰ ਮੁੱਕ ਗਈ ਨਾ, ਸਵਾਸਾਂ ਵਾਲਾ ਤੇਲ ਮੁੱਕ ਗਿਆ, ਉਹਨੂੰ ਕਹਿੰਦੇ ਕੋਈ ਰੱਖ ਹੀ ਨਹੀਂ ਸਕਦਾ ਦੁਨੀਆ ਤੇ। ਜਿੰਨੇ ਮਰਜ਼ੀ ਹਸਪਤਾਲ ਬਣ ਜਾਣ, ਜਿੰਨੇ ਮਰਜ਼ੀ ਦੁਨੀਆ ਦੇ ਵੈਦ ਹਕੀਮ ਹੋਣ, ਉਹਨੂੰ ਜਾਣਾ ਪੈਣਾ, ਅਵਸ਼ ਜਾਣਾ ਪੈਣਾ। ਵੈਦਕ ਅਨਕ ਉਪਾਵ ਕਹਾਂ ਲਓ ਭਾਖਈ। ਕਹਿੰਦੇ ਅਣਗਿਣਤ ਉਪਾਅ ਕਰ ਲਏ ਵੈਦ ਡਾਕਟਰ, ਕਹਿੰਦੇ ਇੱਕ ਵੀ ਥਾਂ ਨਹੀਂ ਪੈਣ ਵਾਲਾ। ਇੱਥੋਂ ਤੱਕ ਆਖ ਦਿੱਤਾ ਮੇਰੇ ਸਤਿਗੁਰ ਨੇ, ਵੈਦ ਕਹੈ ਹਉ ਹੀ ਭਲਾ ਦਾਰੂ ਮੇਰਾ ਵਸ। ਧਨੰਤਰ ਵੈਦ ਕਹਿੰਦਾ ਦਵਾਈ ਦੀ ਗੱਲ ਛੱਡੋ, ਕਹਿੰਦਾ ਜਿੱਥੇ ਜੇ ਮਰੇ ਬੰਦੇ ਤੇ ਮੇਰੀ ਨਜ਼ਰ ਵੀ ਪੈ ਜਾਵੇ ਨਾ, ਤਾਂ ਉਹਦੇ ਵੀ ਮੁੜ ਕੇ ਸਵਾਸ ਚੱਲ ਪੈਂਦੇ ਨੇ, ਉੱਠ ਕੇ ਖੜਾ ਹੋ ਜਾਂਦਾ ਹੈ। ਇਹੋ ਜਿਹੇ ਵੈਦ ਦੁਨੀਆ ਤੇ ਹੋਏ ਨੇ, ਪਰ ਮਰਨਾ ਧਨੰਤਰ ਵੈਦ ਨੂੰ ਵੀ ਪਿਆ। ਧਨੰਤਰ ਵੈਦ ਵੀ ਤੁਰ ਗਿਆ ਦੁਨੀਆ ਤੋਂ, ਜਿਹਦੀ ਦ੍ਰਿਸ਼ਟੀ ਦੇ ਵਿੱਚ ਇਹ ਤਾਕਤ ਸੀ, ਮਰੇ ਬੰਦੇ ਨੂੰ ਜਿਉਂਦਾ ਕਰ ਦਿੰਦਾ ਸੀ, ਪਰ ਉਹਨੂੰ ਵੀ ਜਾਣਾ ਪਿਆ। ਜਿਸ ਦਿਨ ਉਹ ਮਰਿਆ, ਉਸ ਦਿਨ ਉੱਥੇ ਉਹਦੀ ਦ੍ਰਿਸ਼ਟੀ ਉਹ ਨਹੀਂ ਗਈ, ਉੱਥੇ ਉਹਦੀ ਨਿਗਾਹ ਹੀ ਨਹੀਂ ਗਈ। ਸੋ ਵੈਦ ਕਹੈ ਹਉ ਹੀ ਭਲਾ ਦਾਰੂ ਮੇਰਾ ਵਸ। ਭੋਲਿਆ ਵੈਦਾ, ਤੂੰ ਕੁਝ ਲਿਮਟ ਤੱਕ, ਕੁਝ ਹੱਦ ਤੱਕ ਇਲਾਜ ਕਰ ਸਕਦਾ ਹੈ। ਤੈਨੂੰ ਤਾਕਤ ਦਿੱਤੀ ਹੈ, ਤੈਨੂੰ ਪਾਵਰ ਦਿੱਤੀ ਹੈ ਵਾਹਿਗੁਰੂ ਪਰਮੇਸ਼ਰ ਨੇ, ਤੇਰਾ ਤਜਰਬਾ ਹੈ। ਪਰ ਜਦੋਂ ਉਹ ਵੇਲਾ ਆ ਗਿਆ ਨਾ, ਉਦੋਂ ਤੇਰੀ ਬੂਟੀ ਨੇ, ਉਦੋਂ ਤੇਰੀ ਦਵਾਈ ਨੇ ਵੀ ਕੰਮ ਨਹੀਂ ਕਰਨਾ ਉੱਥੇ। ਕਿਉਂ ਜੀ, ਕਿਉਂ ਨਹੀਂ ਕਰਨਾ? ਪਰਮੇਸ਼ਰ ਕਹਿੰਦਾ ਹੈ
मैं सब कुछ गिण के ये शरीर दे विच पाया, मिण के पाया, ये तो वस्त गोपाल की। ये जिहड़ी वस्तु है ना, गोपाल मैने रब, कहंदे ये जिहड़ा शरीर है ना, तो रब दी वस्तु है। जब भाव है ले खस, अपने तो कोई गुआंढी चीज़ मंग के ले जाता है कि वो उस चीज़ का मालक बन गया। मान लो अपनी कोई ट्राली लै गया मंग के, अपनी जिमींदारां दी आपां उदाहरण दईए, उन्हें एक दिन वरत ली, 2 दिन वरत ली, उन्हें अपने विहड़े विच खड़ाई है ट्राली, कि उहदे विहड़े विच खड़ाउण दे नाल वो ट्राली उहदी बन गई? नहीं, जिसदी ट्राली है जदों मर्जी अपना ट्रैक्टर ले जाके उहदे विहड़े विचों पा के वो अपने घर लिया सकता है, क्योंकि वस्तु उस दी है। वो उस ट्राली का मालक मंगण वाला नहीं है, ट्राली का मालक वो है जिहदे घरों लेके गया। ये तो वस्त गोपाल की जब भाव है ले खस, जदों मर्जी मंग लवे उस वेले जाना पैना। अज औलख परिवार के उपर वो वेला बन गया, वो समा बन गया जिन्हां दियां बहुत लोड़ां हुंदियां ने परिवार नूं, बच्चिआं नूं, पर जदों वाहिगुरू दे घरों सद्दा आ जावे ते साध संगत कदे सोचिया भी नहीं होना परिवार ने भी इहो जिहा वेला भी आ जाना। पर संसार ते की नहीं हुंदा, आपां वेख रहे हैं ना अखां दे नाल। गुरबाणी दे विच भी ऐसा बचन लिखिया होया है, दाता जी मैं की जाना तेरी सार नूं, 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 मालका मैं की जाना तेरी सार नूं, दाता जी मैं की जाना तेरी सार नूं, मालका मैं की जाना तेरी सार नूं, दाता जी मैं की जाना तेरी सार नूं, मालका मैं की जाना तेरी सार नूं। ਉਹ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ, ਰੰਗਾਂ ਦੇ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਤੂੰ ਠਾਕਰੋ ਬੈਰਾਗਰੋ
मैं जेही घण चेरी राम, तू सागरो रतनागरो, हाँ सार ना जाना तेरी राम। सार ना जाना तू वरदाना, कर मेहरामत साई, कृपा कीजै सामत दीजै, आठ पहर तुध ध्याई। सो आपे हर एक रंग है, आपे बहु रंगी, जो तिस भावै नानका, साई गल चंगी। वाहिगुरू दीआं खेडां की ने उहनूं कोई जाण नहीं सकिया। हर की गत नह कोऊ जाना, बिहागड़ा राग दे विच गुरु तेग बहादुर महाराज जी कृपा करते हैं। हर की गत नह कोऊ जाना, जोगी जति तपी पच हारे, अरबह लोग सियाने। रहाओ छिन मैं राव रंक कौ करई, राव रंक कर डारे, रीते भरे भरे सखनावै, जह ताको व्यवहारे। वो वाहिगुरू एक छिन विच की कर देवे, किसी नूं इस गल दा इल्म नहीं हुंदा, कदों की हो जावे नहीं पता चलदा। सो इस करके उस वाहिगुरू के शुक्र विच, उस वाहिगुरू के भै विच ते हुक्म विच रहना ही जीवन है। सो कहण तो भाव मौत का जिहड़ा समा हुंदा है, नियत हुंदा है, आपां नूं नहीं पता किहड़ी उमरे मौत ने आउणा है, दिने आउणा है, रात नूं आउणा है, घर विच आउणा है, बाहर आउणा है, नहीं पता चलदा। ये तां वाहिगुरू दे गुप्त खेडां ने। एक ब्रह्म ਗਿਆਨੀ नूं छड्ड के दुनिया ते किसी नूं इस गल दा पता नहीं चलदा भी शरीर नूं मौत कदों आउणी है, इहदा एंड कदों है। इसे करके सतगुर जी आखते ने बई नह बारक नह जोबन, नह बिरदी कश बंद, ओह बेरा नह बूझीए, जाओ आए परै जाम फंद। ਉਹ ਵੇਲਾ ਕਹਿੰਦੇ ਕਿਸੇ ਨੂੰ ਪਤਾ ਨਹੀਂ ਹੈ ਜਦੋਂ ਜਮਾਂ ਦੀ ਫਾਹੀ ਪੈ ਜਾਣੀ ਹੈ। ਨਾ ਬੱਚੇ ਨੂੰ ਪਤਾ, ਨਾ ਨੌਜਵਾਨ ਨੂੰ ਪਤਾ, ਨਾ ਬੁੱਢੇ ਨੂੰ ਪਤਾ। ਇਸ ਕਰਕੇ ਉਹ ਸਮਾਂ ਜੋ ਗੁਪਤ ਖੇਡ ਹੈ, ਉਹ ਸਮਾਂ ਆ ਨਾ ਜਾਵੇ ਸਰੀਰ ਤੇ, ਉਹਦੇ ਆਉਣ ਤੋਂ ਪਹਿਲਾਂ ਕੋਈ ਐਸਾ ਵਣਜ ਕਰ ਬੰਦਿਆ, ਕੋਈ ਜ਼ਿੰਦਗੀ ਦਾ ਜਿਹੜਾ ਅਸਲੀ ਮਿਸ਼ਨ ਹੈ, ਲਾਈਫ ਦਾ ਏਮ ਹੈ ਜਿਹੜਾ ਆਪਣੀ ਦਾ, ਉਹਦੇ ਵੱਲ ਜ਼ਰੂਰ ਧਿਆਨ ਸਾਨੂੰ ਗੁਰੂ ਜੀ ਆਪਣੀ ਕਿਰਪਾ ਦੁਆਰਾ ਗੁਰਬਾਣੀ ਖਿੱਚਦੀ ਹੈ। ਸਤਸੰਗ ਵਿੱਚੋਂ ਇਹੋ ਹੀ ਪ੍ਰੇਰਨਾ ਮਿਲਦੀ ਹੁੰਦੀ ਹੈ ਵੀ ਵੇਖੀ ਸਾਰੀ ਜ਼ਿੰਦਗੀ ਸੁੱਤਾ ਨਾ ਰਹਿ ਜਾਵੀਂ, ਆਪਣਾ ਉਹ ਵਣਜ ਵੀ ਕਰ ਲਵੀਂ ਜਿਹੜੇ ਵਣਜ ਵਾਸਤੇ ਬੰਦਾ ਸੰਸਾਰ 'ਤੇ ਆਇਆ। ਸੋ ਉਹਦੇ ਵਾਸਤੇ ਜੇ ਆਪਾਂ ਪ੍ਰੂਫ ਲਈਏ ਗੁਰਬਾਣੀ ਦੇ ਵਿੱਚੋਂ ਅਣਗਿਣਤ ਨੇ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, जब लग जोबन सास है, तब लग इहो तन दे। ते ये जिहड़ा ना वेला है, ये वाहिगुरू दे मिलाप दा वेला है। फिरत फिरत बहुते जुग हारियो, मानस दे लही, नानक कहत मिलन की बरिया। इहो ही बारी है। सिमरत कहा नहीं, जिथे असी अपने रोज़मर्रा दे काम धंधे जिवें शौक नाल करदे आ, करने चाहिए ने। हाथ पाओ कर काम सब, हत्थां पैरां नाल काम करो, अपनी ड्यूटी निभाओ। पर अगला बचन असी ये सोच के समाज विच विचर रहे हैं 99% लोग भी ना असी ये करना है, ना ये साडा काम है, शायद ये साडा काम ही नहीं। चीत निरंजन नाल जिहड़ा चित्त सी ना, चित्त सुरत अपनी ख्याल मन निरंजन परमात्मा परमेश्वर गुरु गुरु दे नाल जोड़ना सी, उस कारज नूं मनुख भुल्लिया बैठा है। सत संगत का लाभ ही आ है। एक गल का कदे ख्याल करो, मान लो कोई पुरानी चढ़ाई कर जाता है, घर दे विच बच्चे का ब्याह है, खुशी का कोई कारज आपां कर रहे हैं, की भला जे आपां कीर्तन कथा नहीं करावांगे की फिर ब्याह नहीं हुंदा, जां ये भोग नहीं पैंदा? पैंदा। पर सतगुरां ने सानू हुक्म किया, अंते सतगुर बोलिया, मैं पिछे कीर्तन करियो निर्वाण जियो। निर्वाण कीर्तन गावो, करते का निमख सिमरत जित छूट है। जह कीर्तन तेरा साधु गावै, तह मेरा मन लागै। कीर्तन का भाव ही ये हुंदा जिथे सत ते असत दी विचार होवे, जिथे सच ते झूठ दी विचार होवे। सच की है ते झूठ की है, ये दुनिया ते सत की है ते असत की है। बड़े सोहने शब्दों में दस्या। भगत कबीर जी नूं पुछया संगियां ने, भगत जी संसार दे उपर सत वस्तु किहड़ी है ते असत वस्तु किहड़ी है? भगत कबीर जी ने कितना सोहना लिखिया, कह कबीर चेत रे अंधा, ऐ अज्ञानी पुरुष, ऐ बावरे जान बूझ कै बावरे तै काज बिगारियो, ऐ कमले मनुख चेत, ਉਹਨੂੰ ਚੇਤੇ ਕਰ ਵਾਹਿਗੁਰੂ ਨੂੰ। ਚੀਤ ਨਿਰੰਜਨ ਨਾਲ ਆਪਣੇ ਚਿੱਤ ਨੂੰ ਗੁਰੂ ਦੇ ਨਾਲ ਜੋੜ। ਕਿਉਂ ਸਤਿਗੁਰ ਜੀ ਕੀ ਇਹਦੇ 'ਚ ਕੀ ਰਾਜ ਹੈ? ਸਤ ਰਾਮ ਝੂਠਾ ਸਭ ਧੰਦਾ। ਆ ਜਿਹੜੇ ਆਪਣੇ ਕੰਮ ਨੇ ਨਾ, ਇਹਨਾਂ ਨੂੰ ਧੰਦਿਆਂ ਦਾ ਨਾਮ ਦਿੱਤਾ ਵੀ ਇਹ ਧੰਦੇ ਨੇ। ਇਹ ਧੰਦਿਆਂ ਦੇ ਵਿੱਚ ਬੰਦਾ ਫਸ ਗਿਆ।
ਇਹ ਧੰਦਿਆਂ ਵਿੱਚ ਫਸ ਕੇ ਅਕਾਲ ਪੁਰਖ ਨੂੰ ਵਿਸਾਰੀ ਬੈਠਾ। ਧੰਦੇ ਕੋਈ ਮਾੜੇ ਨਹੀਂ, ਧੰਦੇ ਕਰੋ। ਪੇਟ ਭਰਨ ਵਾਸਤੇ ਆਪਾਂ ਨੂੰ ਭੋਜਨ ਚਾਹੀਦਾ, ਤਨ ਢੱਕਣ ਵਾਸਤੇ ਕੱਪੜਾ ਚਾਹੀਦਾ, ਸਰੀਰ ਨੂੰ ਇੱਥੇ ਸੰਸਾਰ ਵਿੱਚ ਰਹਿਣ ਵਾਸਤੇ ਮਕਾਨ ਚਾਹੀਦਾ, ਅਤੇ ਸਾਰਾ ਕੁਝ ਕਰਨ ਵਾਸਤੇ ਰੋਜ਼ਮਰ੍ਹਾ ਦੀਆਂ ਲੋੜਾਂ ਨੇ, ਚਾਹੀਦੀਆਂ ਨੇ। ਕਰੋ ਮਹਾਰਾਜ ਕਹਿੰਦੇ, ਸ਼ੌਂਕ ਨਾਲ ਕਰੋ, ਪਰ ਓਨੇ ਸ਼ੌਂਕ ਨਾਲ ਵਾਹਿਗੁਰੂ ਦੇ ਗੁਣ ਵੀ ਗਾਓ। ਸੋ ਸਾਧ ਸੰਗਤ, ਇਹ ਜ਼ਿੰਦਗੀ ਦਾ ਬੈਲੈਂਸ ਬਣਾਉਣਾ ਪੈਂਦਾ ਹੈ। ਜਿਵੇਂ ਕੋਈ ਵੀ ਚੀਜ਼, ਕੋਈ ਇੰਜੀਨੀਅਰ ਹੈ, ਕੋਈ ਵੀ ਸਾਧ ਸੰਗਤ ਸਾਇੰਟਿਸਟ ਹੈ, ਉਹ ਬੈਲੈਂਸ ਬਣਾਉਂਦੇ ਨੇ ਹਰ ਚੀਜ਼ ਦਾ। ਬੈਲੈਂਸ ਤੋਂ ਬਗੈਰ ਕੋਈ ਵੀ ਚੀਜ਼ ਕਾਮਯਾਬੀ ਨਹੀਂ ਫੜ ਸਕਦੀ। ਇਸੇ ਤਰ੍ਹਾਂ ਸਾਨੂੰ ਆਪਣੇ ਜੀਵਨ ਦਾ, ਆਪਣੀ ਜ਼ਿੰਦਗੀ ਦਾ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਹੈ। ਜ਼ਿੰਦਗੀ ਦਾ ਬੈਲੈਂਸ ਵਿਗੜ ਗਿਆ, ਡੋਲ ਗਿਆ, ਤਾਂ ਗੱਡੀ ਮੰਜ਼ਿਲ 'ਤੇ ਨਹੀਂ ਪਹੁੰਚੇਗੀ। ਤਾਂ ਉੱਥੇ ਸਤਿਗੁਰੂ ਜੀ ਕਹਿੰਦੇ, ਨਹੀਂ ਪਤਾ ਵਾਹਿਗੁਰੂ ਦੀਆਂ ਖੇਡਾਂ ਦਾ ਕਦੋਂ ਕੀ ਭਾਣਾ ਵਰਤ ਜਾਵੇ। ਹੁਣ ਆਪਣਾ ਸਰੀਰ ਹੈ, ਸਰੀਰ ਤੰਦਰੁਸਤ ਹੈ ਤਾਂ ਬਹੁਤ ਵਧੀਆ ਗੱਲ ਹੈ। ਅਤੇ ਕਈ ਵਾਰੀ ਪਤਾ ਦਿਨ ਦੇ ਵਿੱਚ ਇਉਂ ਹੀ ਪਤਾ ਲੱਗਦਾ, ਆਪਾਂ ਪਰਿਵਾਰ ਨੂੰ ਆਖਦੇ ਹਾਂ ਵੀ ਅੱਜ ਤਾਂ ਸਰੀਰ ਢਿੱਲਾ ਜਿਹਾ ਹੈ। ਉਹ ਢਿੱਲੇ ਤੋਂ ਬਾਅਦ ਕੀ ਹੈ, ਭੁੱਖ ਮਰ ਗਈ। ਭੁੱਖ ਮਰਨ ਤੋਂ ਬਾਅਦ ਨੀਂਦ ਵੀ ਨਹੀਂ ਆਈ, ਅਤੇ ਗੱਲ ਵਿਗੜਦੀ ਗਈ। ਡਾਕਟਰ ਕੋਲ ਜਾਂਦੇ ਹਾਂ, ਦਵਾਈ ਵੀ ਨਹੀਂ ਲੱਗਦੀ। ਇੱਕਦਮ ਹੀ ਤੰਦਰੁਸਤੀ ਮਾਨੋ ਭੱਜੀ ਗਈ, ਖੰਭ ਲਾ ਕੇ ਉਡਾਰੀ ਮਾਰ ਗਈ। ਅਤੇ ਕੀ ਹੋ ਗਿਆ, ਝੱਖੜ ਝੁੱਲ ਗਿਆ। ਝੱਖੜ ਝੁੱਲ ਗਿਆ। ਪਹਿਲਾਂ ਤਾਂ ਨੋਰਮਲੀ ਜਾਂਦੇ ਆਪਾਂ, ਪਿੰਡ ਦੇ ਡਾਕਟਰ ਕੋਲ ਜਾਂਦੇ ਹਾਂ, ਜਾਂ ਜਿਹੜਾ ਕੋਈ ਸ਼ਹਿਰ ਦੇ ਵਿੱਚ ਆਪਣਾ, ਜਿੱਥੋਂ ਆਪਾਂ ਰੋਜ਼ਮਰ੍ਹਾ ਦੀ ਆਪਣੀ ਫੈਮਿਲੀ ਦੀ ਆਪਣੀ ਆਪਣਾ ਲੈ ਕੇ ਆਉਂਦੇ ਹਾਂ ਦਵਾਈ, ਉਹਨਾਂ ਡਾਕਟਰਾਂ ਨਾਲ ਆਪਣਾ ਹੁੰਦਾ। ਅਤੇ ਉਹਦੇ ਕੋਲ ਜਦੋਂ ਆਪਾਂ ਜਾਂਦੇ ਹਾਂ ਨਾ, ਉਹ ਕਹਿੰਦਾ ਜਲਦੀ ਕਿਤੇ ਚੰਗੇ ਡਾਕਟਰ ਨੂੰ ਦਿਖਾਓ। ਅਤੇ ਚੰਗੇ ਕੋਲੋਂ ਹੋਰ ਚੰਗੇ ਕੋਲੇ, ਹੋਰ ਚੰਗੇ ਕੋਲ। ਅਤੇ ਉਦੋਂ ਪਤਾ ਲੱਗਦਾ ਜਦੋਂ ਚਿੱਟੇ ਕੱਪੜੇ 'ਚ ਸਰੀਰ ਨੂੰ ਬੰਨ੍ਹ ਕੇ ਵਾਪਸ ਤੋਰ ਦਿੰਦੇ ਨੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹੋ ਹੀ ਖੇਡਾਂ ਨੇ ਵਾਹਿਗੁਰੂ ਦੀਆਂ। ਅਤੇ ਉਹ ਫਿਰ ਪਰਿਵਾਰ ਦੇ ਉੱਪਰ ਕੀ ਕੁਝ ਹੋ ਜਾਂਦਾ ਆਪਾਂ ਨੂੰ ਪਤਾ ਹੀ ਹੈ ਵੀ ਜਿੱਥੇ ਮੌਤ ਹੈ ਨਾ, ਮੌਤ ਦੀ ਤਿਆਰੀ ਕੋਈ ਨਹੀਂ ਹੈ ਨਾ, ਆਪਣੀ ਮੌਤ ਦੀ ਤਿਆਰੀ ਨਹੀਂ ਹੈ। ਇਤਿਹਾਸ ਪੜ੍ਹ ਕੇ ਵੇਖੀਏ, ਜਦੋਂ ਸਤਿਗੁਰਾਂ ਨੇ ਆਪਣੇ ਭਗਤਾਂ ਨੂੰ, ਆਪਣੇ ਸਾਧ ਸੰਗਤ ਗੁਰਸਿੱਖਾਂ ਨੂੰ ਪੁੱਛਿਆ, ਜਦੋਂ ਕਿਤੇ ਸਤਿਗੁਰੂ ਜੀ ਸੇਵਾ ਸਿਮਰਨ 'ਤੇ ਬਹੁਤ ਪ੍ਰਸੰਨ ਹੋ ਜਾਂਦੇ ਨਾ, ਅਤੇ ਉਸ ਵੇਲੇ ਮਹਾਰਾਜ ਆਪਣੇ ਸਿੱਖਾਂ ਨੂੰ ਪੁੱਛਦੇ, ਸਿੱਖਾ ਤੇਰੀ ਸੇਵਾ ਥਾਂ ਪੈ ਗਈ, ਤੇਰੀ ਸੇਵਾ 'ਤੇ ਅਸੀਂ ਪ੍ਰਸੰਨ ਹੋ ਗਏ, ਤੇਰੀ ਕੋਈ ਮੰਗ ਹੈ, ਕੋਈ ਇੱਛਾ? ਕਹਿੰਦੇ ਨਹੀਂ ਮਹਾਰਾਜ, ਹੈ ਨਹੀਂ। ਕਹਿੰਦੇ ਫਿਰ ਮੰਗਣਾ ਤਾਂ ਪਵੇਗਾ, ਜੋ ਮੰਗੇਗਾ ਉਹ ਤੇਰੀ ਝੋਲੀ ਪਾ ਦਿਆਂਗੇ। ਹੁਣ ਤਿਆਰੀ ਵੇਖੋ। ਹੁਣ ਉਹਨੂੰ ਪਤਾ ਵੀ ਇਹ ਜਿਹੜਾ ਸਰੀਰ ਮਿਲਿਆ, ਇੱਕ ਦਿਨ ਇਹਦੇ ਵਿੱਚੋਂ ਸਵਾਸਾਂ ਦੀ ਪੂੰਜੀ ਮੁੱਕਣ ਲੱਗੀ ਹੈ, ਮੁੱਕੇਗੀ ਇੱਕ ਦਿਨ। ਸਰੀਰ ਨੇ ਤਾਂ ਜਾਣਾ ਹੈ, ਪਰ ਹੁਣ ਸਿੱਖ ਦੀ ਤਿਆਰੀ ਵੇਖੋ ਕੀ ਹੈ, ਆਪਣੀ ਸੋਚ ਕੀ ਹੈ, ਤੇ ਇੱਕ ਰੱਬ ਦੇ ਪਿਆਰੇ ਭਗਤ ਦੀ ਕੀ ਹੈ। ਜਦੋਂ ਪੁੱਛਿਆ ਨਾ, ਭਾਵੇਂ ਉਹ ਮਾਤਾ ਭਾਗਪਰੀ ਨੂੰ ਪੁੱਛਿਆ, ਭਾਵੇਂ ਭਾਈ ਮੁਗਲੂ ਜੀ ਨੂੰ ਪੁੱਛਿਆ, ਅਣਗਿਣਤ ਸਿੱਖਾਂ ਨੂੰ ਸਤਿਗੁਰਾਂ ਨੇ, ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ, ਛੇਵੇਂ ਸਤਿਗੁਰਾਂ ਨੇ, ਤੇ ਉਹਨਾਂ ਭਗਤਾਂ ਦਾ ਜਵਾਬ ਕੀ ਸੀ, ਸੁਣੋ ਪ੍ਰੇਮ ਨਾਲ। ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਜਦੋਂ ਮੇਰੀ ਜਿੰਦ ਨਿਕਲੇ, ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਜਦੋਂ ਮੇਰੀ ਜਿੰਦ ਨਿਕਲੇ। ਸਿਰ ਤੇਰੇ ਚਰਨਾਂ ਤੇ ਹੋਵੇ, ਜਦੋਂ ਮੇਰੀ ਜਿੰਦ ਨਿਕਲੇ, ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਜਦੋਂ ਮੇਰੀ ਜਿੰਦ ਨਿਕਲੇ। ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਜਦੋਂ ਮੇਰੀ ਜਿੰਦ ਨਿਕਲੇ, ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਜਦੋਂ ਮੇਰੀ ਜਿੰਦ ਨਿਕਲੇ। ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਚਰਨਾਂ ਤੇ ਸਿਰ ਹੋਵੇ, ਜਦੋਂ ਮੇਰੀ ਜਿੰਦ ਨਿਕਲੇ। ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਜਦੋਂ ਮੇਰੀ ਜਿੰਦ ਨਿਕਲੇ। ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਜਦੋਂ ਮੇਰੀ ਜਿੰਦ ਨਿਕਲੇ। ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਜਦੋਂ ਮੇਰੀ ਜਿੰਦ ਨਿਕਲੇ। ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ, ਜਦੋਂ ਮੇਰੀ ਜਿੰਦ ਨਿਕਲੇ।
कबीर मोहे मरने का चाव है, मरूं ता हर कै द्वार, मत हर पूछे कौन है, परा हमारा बार। हुण वेखो ये जिहड़ा सबजैक्ट है ना, ये थ्योरी, ये कहण मात्र तो लगता भी बहुत सौखी है। असी एक दिन गड्डी विच आईए, क्योंकि जे असी कल्ला इत्थों कह के वो तो बाद वसार दिता ना सबजैक्ट, फिर भी असी जिंदगी च खरे नहीं उतर सकते। इनू कमाउणा पैना, कमाउणा। कई बार दास बेनती करता हुंदा, एक सुनना एक मनना, इन्हां दोनों चीज़ों के नाल अपना कारज पूरा नहीं हो गया। ध्यान देना इन्हां बचनां ते। मन लो पिता अपने पुत नूं आख रहा है, बेटा आ ट्रैक्टर खड़ा है, तेल की टैंकी भर दी है, वह पईयां तवियां, कल्टीवेटर सुहागा, वो अपना 10 किल्लियां दा वाहन है जिहड़ा ना, वो वत आया पिया। मैं चलिया किते पासे, 2 दिन मैं आउंदा नहीं, मेरे आउंदे नूं उहनूं वाह के तैयार कर दे। हुण वेखो पिता ने सुना दिता, पुत ने सुन लिया, ते कल्ला सुनिया नहीं, पुत ने कह दिता बापू जी तुसी बेफिक्र हो जाओ, इउं कह के पिता चलिया जांदा है। हुण आप जी दसो, ये तो 3 काम तो हो गए ना। पिता ने सुना दिता, पुत ने सुन लिया, ते मन भी गया भी हाँ मैं वाह देंगा। पर आप जी दसो भी की खेत वाहिया गया इन्ना कहण नाल? नहीं। हुण उहने जो आख उहने सुनिया ना ते मन्निया, उहनूं हुण करना पैना है। हुण उहनूं ट्रैक्टर की सीट ते बैठ के तवियां कल्टीवेटर पा के खेत जाना पैना है, ते वो सारी जमीन बाहुनी पैनी है, सुहागनी पैनी है, फिर जाके पिता का वचन फलीभूत होना है। बिल्कुल उवें ही है। हुण ये जिहड़ा सिर गुरु के चरनां ते होना, असीं गड्डी विच जाइए, थोड़े दिनों की गल है, ਸਿੰਘਾਂ ਨੂੰ मैं पुछया बई वेखो शरीर ने तो रहना नहीं हुंदा, कल्ला आपां लोकां नूं आखण वास्ते नहीं, उसे समाज विच आपां बैठे आ, उसे मातलोक विच आपां, बई शरीर ने तो रहना है नहीं, भी तुसीं इहदे बारे सोचदे की हो, शरीर बारे की सोचते हो? इन्हां दा जवाब सी भी जी असीं तां कदे इहो जिहा हिसाब लाया नहीं। चलो इन्हां ने मैनूं सवाल किया भी तुसीं दसो। हुण वेखो गुरमुखो, ये जिहो जी अपनी कमाई होवेगी, जिहो जी अपनी भावना होवेगी, जो पावे भांडे विच वस्त सा निकले। हुण जिहड़े रिड़कणे विच तौला, असीं तौला कह दिंदे, रिड़कणा कह लो दुੱਧ वाला, लस्सी वाला। हुण रिड़कणे दे विच लस्सी पई है, लस्सी दा भरिया पिया। जे माँ कहती है पुत मैनू पानी का गिलास देई, तो वह गिलास पानी का लैण वास्ते लस्सी वाले तौले दे विच रिड़कणे दे विच जावे, उत्थों पानी मिल सकता नहीं? उहदे विच लस्सी पई है। जदों उहदी प्लेट जां चप्पण परे करेगा, उहदे विच तां लस्सी है। पानी वाले विच पानी है, दुੱਧ वाले विच दुੱਧ है। एवें ये जिहड़ा शरीर रूपी घड़ा है ना अपना, इहदे विच भी जिहो जिहा साडा ख्याल है, जिहो जी साडी सोच है, उही इहदे विच संस्कार छुपे पए ने। ते जदों मनुख बोलेगा, जिहड़ी भांडे विच वस्तु है, जो जीए होए सो उगवै, मुँह का कहे अवाओ। मूँह तो कुछ भी बोली जाए, पर जो ये हिरदे विच छुपिया पिया है ना, जिमें जिमें इनू पक्का ही समझना है ना, पक्का एक मुख तो बोलना है। अजकल तो मशीनां भी आ गई, खैर आपां नूं वो मशीनां की लोड़ नहीं, अपने कोले उन्हां चीज़ां दी उदाहरणां ने। एक बंदे दे अंदर गल पई हुंदी है, उस तरह तुसीं लख यतन कर लो, बंदा नहीं दसेगा, नहीं दसेगा। पर जदों शराब का अधिया अंदर चलिया गया ना, 20-20 सालां दीयां गल्लां उगड़ के बाहर आ जांदियां ने मूँहों, वो पई हुंदी है हिरदे च, वो निकलदी है। फिर शराब का जदों चढ़दा नशा ना, फिर कहंदा फलाणे ने मैनू फलाणे वेले आ गल आखी, निकल आई ना अंदरली गल। इउं कहंदे ने महाराज, कहंदे वो छुपियां पईयां ने अंदर जन्मां जन्मां दियां, कोई 1-2 महीनों दीयां गल्लां नहीं हैगियां, जन्मां जन्मां दियां साडे अंदर पईयां ने वो। सो वो विशा वखर है। तां साध संगत, ये बच्चे कहण लगे जी तुहाडा इहदे बारे की ख्याल है? बई वेखो, मेरा इहदे बारे ये ख्याल है भी जदों शरीर विचों जिंद निकले, मेरी अरदास है मेरे सतगुरां दे चरनां विच, तुसीं भी आशीर्वाद दिओ, असीस दिओ, ते तुसीं भी अरदास करो। मेरी ये अरदास है भी जितने क आपां संगी बैठे आ, तुहाडे कोले पैसों का कोई घाटा नहीं, रज्जे पुज्जे बैठे हो सारे, बथेरा कमाया है, बथेरे कमाओगे। कोई 5 लाख साल का कमा लैंदा, कोई 10 कमा लैंदा, कोई 50 लाख भी कमाउंदा, कमाउण वाले बैठे आपां, ठीक है। उस तरह रज नहीं आउंदा, वो वखरा विषय है। जदों राजधानी तृष्णा एक इहो जी टोकरी है, ये भरी नहीं किसी तो, ये सिकंदर बादशाह तो नहीं भरी,
ਇਹ ਤਾਂ ਮੁਰਦਿਆਂ ਦੇ ਮੂੰਹ ਚੋਂ ਕਬਰਾਂ ਚੋਂ ਰੁਪਈਏ ਕਢਾ ਲਏ। ਮੁਰਦਿਆਂ ਦੇ ਮੂੰਹ ਵਿੱਚ ਨਾ ਚਾਂਦੀ ਦਾ ਰੁਪਈਆ ਪਾਉਂਦੇ ਹੁੰਦੇ, ਕਬਰ 'ਚ ਦੱਬਦੇ ਮੁਸਲਮਾਨ ਵੀਰ, ਤੇ ਉਹ ਕਿਸੇ ਬਹਾਨੇ ਨਾਲ ਨਾ ਸ਼ੈਤਾਨ ਨੇ ਉਹ ਵੀ ਕਢਾ ਲਏ। ਫਿਰ ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿੰਦਾ ਤੁਸੀਂ ਕਮਲੇ ਹੋ। ਗੁਰੂ ਜੀ ਕਹਿੰਦੇ ਕਿਉਂ? ਕਹਿੰਦਾ ਠੀਕਰੀਆਂ 'ਚ ਹੱਥ ਮਾਰਦੇ ਹੋ। ਕਹਿੰਦੇ ਤੇਰੇ ਕੋਲੇ ਕੀ ਹੈ? ਤੇਰੇ ਕੋਲੇ ਕੀ ਹੈ ਜਿਹੜੇ ਮੁਰਦਿਆਂ ਦੇ ਮੂੰਹ ਚੋਂ ਕਢਾਏ ਨੇ? ਕਹਿੰਦੇ ਠੀਕਰੀਆਂ ਦਾ ਕੀ ਕਰੋਗੇ ਮਹਾਰਾਜ? ਕਹਿੰਦੇ ਨਾਲ ਲੈ ਕੇ ਜਾਵਾਂਗੇ। ਕਹਿੰਦਾ ਹੁਣ ਤਾਂ ਪੱਕਾ ਹੀ ਪਤਾ ਲੱਗ ਗਿਆ ਵੀ ਜਮੀ ਕਮਲੇ ਹੋ। ਮਹਾਰਾਜ ਕਹਿੰਦੇ ਕਿਉਂ ਕਮਲੇ ਕਿਉਂ ਆ? ਕਹਿੰਦੇ ਠੀਕਰੀਆਂ ਕਦੇ ਨਾਲ ਗਈਆਂ ਨੇ? ਮਹਾਰਾਜ ਕਹਿੰਦੇ ਜਿਹੜੇ 40 ਗੰਜ ਜੋੜੀ ਬੈਠਾ ਤੇਰੇ ਨਾਲ ਜਾਊਗਾ। ਬਸ ਇੱਕੋ ਹੀ ਬਾਣ ਮਾਰਿਆ ਸੀ। ਗੁਰਮੁਖੋ ਮੂਰਛਾ ਖਾ ਕੇ ਡਿੱਗ ਪਿਆ ਗੁਰੂ ਦੇ ਚਰਨਾਂ ਤੇ, ਮੂਰਛਾ ਖਾ ਕੇ। ਮਹਾਰਾਜ ਕਹਿੰਦੇ ਦੱਸ ਕਿੰਨੇ ਪਾਪ ਕੀਤੇ ਨੇ ਇਹਨੂੰ ਇਕੱਠੀ ਕਰਨ ਵਾਸਤੇ, ਕਿੰਨੇ ਗਰੀਬਾਂ ਦਾ ਖੂਨ ਪੀਤਾ ਹੈ, ਕਿੰਨਿਆਂ ਦੇ ਖੂਨ ਦੀਆਂ ਘੁੱਟਾਂ ਭਰੀਆਂ ਨੇ। ਨਾਲੇ ਸਿਕੰਦਰ ਬਾਦਸ਼ਾਹ ਰੋਈ ਜਾਂਦਾ ਹੈ, ਨਾਲੇ ਗੁਰੂ ਦੇ ਚਰਨਾਂ ਤੇ ਕਹਿੰਦਾ ਹੈ ਸੱਚੇ ਪਾਤਸ਼ਾਹ ਬਖਸ਼ੇ ਜਾਵਾਂਗੇ ਕਿ ਨਾ, 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 ਸੱਚੇ ਪਾਤਸ਼ਾਹ ਬਖਸ਼ੇ ਜਾਵਾਂਗੇ ਕਿ ਨਾ। ਕੌਰੂ ਬਾਦਸ਼ਾਹ ਕਹਿੰਦਾ ਮਹਾਰਾਜ ਬਖਸ਼ੇ ਜਾਵਾਂਗੇ ਕਿ ਨਾ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਇਹ ਦਰ ਸਦ ਬਖਸ਼ੰਦ ਹੈ, ਪਰ ਕੋਈ ਮੰਨ ਜਾਵੇ ਵੀ ਹਾਂ ਮੈਂ ਗਲਤੀ ਕਰਦਾ, ਮੈਂ ਪਾਪ ਕਰਦਾ। ਅੱਜ ਵਾਲਾ ਕੰਮ ਨਹੀਂ ਸੀ। ਅੱਜ ਵਾਲਾ ਕੰਮ ਵੀ ਸਾਰੇ ਪਾਪ ਵੀ ਕਰਨ, ਗਰੀਬਾਂ ਦਾ ਖੂਨ ਵੀ ਪੀਣ, ਤੇ ਸਾਧ ਸੰਗਤ ਬਾਰਡਰਾਂ ਤੇ ਬੈਠੇ ਜ਼ਿਮੀਂਦਾਰਾਂ ਕਿਸਾਨਾਂ ਨੂੰ ਆਖਣ ਪਰਜੀਵੀ, ਤੇ ਉਹਨਾਂ ਨੂੰ ਆਖਣ ਮਾਓਵਾਦੀ, ਅੱਤਵਾਦੀ, ਕਾਮਰੇਡ, ਤੇ ਉਹਨਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜ ਕੇ ਅੰਦੋਲਨਾਂ ਨੂੰ ਸਾਧ ਸੰਗਤ ਖਤਮ ਕਰਨ ਦੀਆਂ ਨੀਤੀਆਂ ਘੜੀਆਂ ਜਾਣ, ਉਹ ਨਹੀਂ ਬਖਸ਼ੇ ਜਾਂਦੇ। ਜਿਹੜਾ ਮੰਨ ਗਿਆ ਕੌਰੂ ਬਾਦਸ਼ਾਹ ਨੂੰ ਬਖਸ਼ਿਆ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਦੁਨੀ ਚੰਦ ਨੂੰ ਬਖਸ਼ਿਆ, ਸਾਲਸਰਾਏ ਜੌਹਰੀ ਨੂੰ ਬਖਸ਼ਿਆ, ਕੌਡੇ ਰਾਖਸ਼ ਨੂੰ ਬਖਸ਼ਿਆ, ਅਜਾ ਮੱਲ ਨੂੰ ਬਖਸ਼ਿਆ, ਗਣਕਾਂ ਨੂੰ ਬਖਸ਼ਿਆ, ਅਣਗਿਣਤ ਨੇ, ਕਿੰਨਿਆਂ ਨੂੰ ਬਖਸ਼ਿਆ, ਗਿਣੇ ਵੀ ਨਹੀਂ ਜਾਂਦੇ। ਆਪਾਂ ਨੂੰ ਵੀ ਬਖਸ਼ ਲੈਣਗੇ, ਕਿਉਂਕਿ ਆਪਣੀ ਤਾਂ ਜਿਹੜੀ ਕਿਰਤ ਹੈ ਉਹ ਇੰਨੀ ਕੁ ਸੱਚੀ ਸੁੱਚੀ ਹੈ, ਉਹ ਤੇ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਬਹੁਤ ਖੁਸ਼ ਹੁੰਦੇ ਨੇ, ਜਿਹੜੀ ਆਪਣੀ ਕਿਰਤ ਹੈ ਕਿਸਾਨ ਦੀ, ਮਜ਼ਦੂਰ ਦੀ। ਸੋ ਇਸ ਕਰਕੇ ਸਾਧ ਸੰਗਤ ਕੌਰੂ ਬਾਦਸ਼ਾਹ ਕਹਿੰਦਾ ਮਹਾਰਾਜ ਮੈਨੂੰ ਬਖਸ਼ ਦਿਓ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਤੋਬਾ ਕਰ, ਅੱਗੇ ਤੋਂ ਪਾਪ ਨਹੀਂ ਕਰਦਾ। ਜਿਹੜੀ ਰਾਜੇ ਦੀ ਡਿਊਟੀ ਹੈ ਉਹ ਡਿਊਟੀ ਤੇ ਪਹਿਰਾ ਦੇ, ਰਾਜਾ ਬਣ ਕੇ ਪਰਜਾ ਦਾ ਪਾਲਕ ਬਣ ਜਾ। ਭੁੱਲਾਂ ਬਖਸ਼ਾਈਆਂ ਸਤਿਗੁਰਾਂ ਨੇ, ਸਿੱਖ ਬਣਾ ਦਿੱਤਾ ਕੌਰੂ ਬਾਦਸ਼ਾਹ ਨੂੰ, ਜਿਹੜਾ ਡੁੱਬ ਚੁੱਕਿਆ ਸੀ, ਐਂਡ ਹੋ ਗਿਆ ਸੀ ਬਿਲਕੁਲ ਜ਼ਿੰਦਗੀ ਦਾ। ਸੋ ਉੱਥੇ ਸਤਿਗੁਰੂ ਮਹਾਰਾਜ ਜੀ ਉਹ ਬਚਨ ਕਰਦੇ ਨੇ, ਕਹਿੰਦੇ ਭਾਈ ਇਹ ਜ਼ਿੰਦਗੀ ਦਾ ਪ੍ਰਵਾਸਾ ਕੋਈ ਨਹੀਂ, ਇਹਦਾ ਭਰੋਸਾ ਕੋਈ ਨਹੀਂ, ਇਹ ਜ਼ਿੰਦਗੀ ਨੂੰ ਸਵਾਰ ਲਓ, ਇਹ ਤਾਂ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਂਦਾ ਹੈ। ਸੋ ਮੰਨਣ ਤੋਂ ਬਾਅਦ ਕਮਾਉਣਾ। ਤੇ ਸਾਧ ਸੰਗਤ ਅਰਦਾਸ ਇਹ ਹੈ, ਬੇਨਤੀ ਇਹ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਸਰੀਰ ਵਿੱਚੋਂ ਜਿੰਦ ਨਿਕਲੇ ਨਾ, ਹਿਰਦੇ ਵਿੱਚ ਵਾਹਿਗੁਰੂ ਹੋਵੇ ਤੇ ਮੁਖ ਤੇ ਵਾਹਿਗੁਰੂ ਹੋਵੇ, ਬਸ ਸਾਰੀ ਜ਼ਿੰਦਗੀ ਦੀ ਕਮਾਈ ਥਾਂ ਪੈ ਜਾਣੀ ਹੈ, ਅੰਮ੍ਰਿਤ ਬਣ ਜਾਣੀ ਹੈ। ਇਹ ਉਦੋਂ ਹੋਵੇਗਾ ਜਦੋਂ ਸੇਵਕ ਬਣਾਂਗੇ ਗੁਰੂ ਦੇ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਉਦੋਂ ਸੇਵਕ ਬਣ ਕੇ ਪ੍ਰੀਤ ਕਰਨੀ ਪੈਣੀ ਹੈ ਗੁਰੂ ਨੂੰ। ਤੇ ਫਿਰ ਗੁਰਮਖੋ ਇਹ ਜੇ ਅਵਸਥਾ ਹੋਵੇ ਜਦੋਂ ਸਰੀਰ ਵਿੱਚੋਂ ਜਿੰਦ ਨਿਕਲੇ, ਸੋਚ ਹੋਣੀ ਚਾਹੀਦੀ ਹੈ ਸਾਡੀ, ਪਾਤਸ਼ਾਹ ਸੁਰਤ ਭਟਕ ਨਾ ਜਾਵੇ, ਕਿਉਂਕਿ ਦੁਨੀਆ ਖਿੱਚਦੀ ਹੈ, ਸੰਸਾਰ ਖਿੱਚਦਾ, ਚੁੰਬਕੀ ਸ਼ਕਤੀ ਹੈ ਇਹਦੇ ਵਿੱਚ,
ਤੇ ਇਸ ਕਰਕੇ ਇਹ ਸੁਰਤ ਨਾ ਭਟਕ ਜਾਵੇ, ਮਹਾਰਾਜ ਇਹ ਟਿਕ ਜਾਵੇ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਟਿਕ ਕੇ ਬੈਠ ਜਾਵੇ ਸੁਰਤ ਹੈ ਨਾ ਜਿਹੜੀ, ਗੁਰੂ ਚਰਨਾਂ ਨਾਲ ਜੁੜ ਜਾਵੇ। ਇਹ ਇਹੋ ਜਿਹੀ ਸੋਚ ਬਣਾਉਣੀ ਚਾਹੀਦੀ ਹੈ ਸਾਨੂੰ। ਇਹਦੇ ਵਾਸਤੇ ਸਾਨੂੰ ਉਵੇਂ ਜਿਵੇਂ ਅਸੀਂ ਕੋਈ ਜੌਬ ਪ੍ਰਾਪਤ ਕਰਨ ਵਾਸਤੇ ਘੱਟੋ ਘੱਟ 15-16 ਸਾਲ ਬੱਚਾ ਮਿਹਨਤ ਕਰਦਾ ਹੈ, ਘੱਟੋ ਘੱਟ ਚੰਗੀ ਜੌਬ ਪ੍ਰਾਪਤ ਕਰਨੀ ਹੈ, ਇਹ ਤੋਂ ਵੀ ਜ਼ਿਆਦਾ ਸਮਾਂ ਚਾਹੀਦਾ ਹੈ। 18-19 ਸਾਲ ਲੱਗ ਜਾਂਦੇ ਨੇ ਬੱਚਿਆਂ ਨੂੰ ਕੋਰਸ ਕਰਦਿਆਂ, ਪੜ੍ਹਦਿਆਂ ਰਾਤਾਂ ਜਿਹੜੀਆਂ ਜਾਗਣੀਆਂ, ਮਿਹਨਤਾਂ ਕਰਨੀਆਂ, ਹਾਰਡ ਵਰਕ ਕਰਨਾ, ਫਿਰ ਜਾ ਕੇ ਕੋਈ ਚੰਗੀ ਜੌਬ ਮਿਲਦੀ ਹੈ। ਤੇ ਜੇ ਗੁਰੂ ਨਾਨਕ ਦੇਵ ਸਾਹਿਬ ਦੀ ਗੋਦ ਵਿੱਚ ਬੈਠਣਾ ਹੈ ਨਾ, ਉਹ ਫਿਰ ਆਖਣ ਔਖਾ ਸਾਚਾ ਨਾਉ ਬੜਾ ਔਖਾ ਹੈ, ਮਾਰਗ ਸੌਖਾ ਨਹੀਂ। ਤਾਂ ਸਾਧ ਸੰਗਤ, ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕਾਬਲ ਤੋਂ ਸੰਗਤ ਆਈ ਹੈ। ਕਾਬਲ ਕੰਧਾਰ ਦੀਆਂ ਸੰਗਤਾਂ ਬਹੁ ਗਿਣਤੀ ਵਿੱਚ ਆਉਂਦੀਆਂ, ਲਾਹੌਰ ਦੀਆਂ ਸੰਗਤਾਂ, ਹੋਰ ਇਲਾਕੇ ਭਰ ਦੀਆਂ ਸੰਗਤਾਂ। ਬੰਦੀ ਛੋੜ ਦਾਤਾ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਸੀ। ਤੇ ਉੱਥੇ ਸਾਧ ਸੰਗਤ, ਕਾਬਲ ਦੀ ਸੰਗਤ ਜਦੋਂ ਬੈਠੀ ਹੈ ਤਾਂ ਗੁਰੂ ਤੇ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਬਚਨ ਕੀਤਾ। ਕਹਿੰਦੇ ਭਾਈ ਭਗਤ ਕਬੀਰ ਜੀ ਦੀ ਬਾਣੀ ਹੈ, ਕਬੀਰ ਗਰਬ ਨਾ ਕੀਜੀਐ। ਉਹ ਸੰਗਤ ਵਿੱਚ ਸਾਰੇ ਤਰ੍ਹਾਂ ਦੇ ਹੁੰਦੇ ਨੇ, ਬੱਚੇ, ਨੌਜਵਾਨ ਤੇ ਬੁੱਢੇ ਸਾਰੇ ਹੁੰਦੇ ਨੇ ਨਾ। ਉੱਥੇ ਨੌਜਵਾਨ ਬੈਠਾ ਹੈ ਜਿਹਦਾ ਇਤਿਹਾਸ ਵਿੱਚ ਨਾਮ ਆਉਂਦਾ ਹੈ, ਅਜੇ ਗੁਰੂ ਵਾਲਾ ਨਹੀਂ ਸੀ ਬਣਿਆ, ਨਾਮ ਆਉਂਦਾ ਗੁਰਮੁਖ। ਨਾਲ ਉਹਦੇ ਘਰ ਵਾਲੀ ਹੈ, ਇੱਕ ਛੋਟਾ ਜਿਹਾ ਉਹਨਾਂ ਦਾ ਬੱਚਾ ਹੈ। ਇਹ ਜਦੋਂ ਬੈਠੇ ਨੇ, ਇੱਕ ਚੀਜ਼ ਨੂੰ ਯਾਦ ਰੱਖਣਾ, ਇਤਿਹਾਸ ਪੜ੍ਹ ਕੇ ਪਤਾ ਲੱਗਦਾ ਹੈ ਸਿੱਖ ਗੁਰੂ ਨਹੀਂ ਲੱਭ ਸਕਦਾ, ਗੁਰੂ ਜੀ ਨੇ ਸਿੱਖਾਂ ਨੂੰ ਲੱਭਿਆ। ਇੱਧਰ ਆ ਜਾਓ ਬਾਬਾ ਜੀ। ਸੋ ਗੁਰੂ ਆਪਣੇ ਸਿੱਖ ਨੂੰ ਲੱਭ ਲੈਂਦਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਦੀ ਨਜ਼ਰ ਪਈ ਹੈ ਗੁਰਮੁਖ ਦੇ ਉੱਪਰ। ਤੇ ਜਦੋਂ ਨਜ਼ਰ ਪਈ ਨਾ, ਕਹਿੰਦੇ ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ, ਜਿਉਂ ਕਾਂਚੁਰੀ ਭੁਯੰਗ। ਭੁਯੰਗ ਮੈਨੇ ਸੱਪ, ਕਾਂਚੁਰੀ ਦਾ ਅਰਥ ਹੈ ਕੁੰਜ, ਜਿਹੜੀ ਸੱਪ ਦੇ ਉੱਪਰ ਕੁੰਜ ਆ ਜਾਂਦੀ ਹੈ। ਤੇ ਕਹਿੰਦੇ ਇਹ ਦੇਹੀ ਦਾ ਕਦੇ ਗਰਬ ਹੰਕਾਰ ਨਹੀਂ ਕਰਨਾ, ਮੈਂ ਬਲਵਾਨ ਹਾਂ, ਮੈਂ ਬਹੁਤ ਜਵਾਨ ਹਾਂ, ਮੇਰੇ ਵਰਗਾ ਹੋਰ ਕੋਈ ਸੁੰਦਰ ਨਹੀਂ ਹੈ। ਕਹਿੰਦੇ ਇਹਦਾ ਮਾਣ ਨਾ ਕਰੀਏ, ਇਹਦਾ ਗਰਬ ਨਾ ਕਰੀਏ। ਕਹਿੰਦੇ ਅੱਜ ਜਾਂ ਕੱਲ, ਕਿਉਂਕਿ ਮੌਤ ਹੈ ਜਿਹੜੀ ਨਾ, ਉਹ ਅੱਜ ਤੇ ਕੱਲ ਵਿੱਚ ਆਉਂਦੀ ਹੈ। ਮੰਨ ਲਓ ਜਦੋਂ ਵੀ ਕੋਈ ਬੰਦਾ ਚੜ੍ਹਾਈ ਕਰ ਜਾਂਦਾ ਹੈ, ਪਿੰਡ ਦੇ ਵਿੱਚ ਤਾਂ ਭਾਵ ਉਸੇ ਵੇਲੇ ਗੱਲ ਫੈਲ ਜਾਂਦੀ ਹੈ। ਬੰਦਾ ਖੜਾ ਗੱਲਾਂ ਕਰਦਾ, ਕਹਿੰਦੇ ਫਲਾਣਾ ਸਿਓ ਚੜ੍ਹਾਈ ਕਰ ਗਿਆ। ਕਹਿੰਦੇ ਕਦੋਂ? ਪਿੰਡ ਵਾਲੇ। ਉਹ ਕਹਿੰਦੇ ਅੱਜ ਹੀ, ਅੱਜ ਹੀ। ਕਹਿੰਦੇ ਅਜੇ ਤਾਂ ਡੈੱਡ ਬੋਡੀ ਲੈ ਕੇ ਵੀ ਨਹੀਂ ਗਏ, ਘਰ ਹੀ ਹੈ। ਤੇ ਆਲੇ ਦੁਆਲੇ ਆਂਢ ਗੁਆਂਢ ਰਿਸ਼ਤੇਦਾਰਾਂ ਦੇ ਵਿੱਚ ਅਗਲੇ ਦਿਨ ਗੱਲ ਪਹੁੰਚ ਜਾਂਦੀ ਹੈ। ਅਗਲੇ ਦਿਨ ਉੱਥੇ ਸੁਣਿਆ ਜਾਂਦਾ ਹੈ ਵੀ ਫਲਾਣਾ ਸਿਓ। ਕਹਿੰਦੇ ਕਦੋਂ? ਕਹਿੰਦੇ ਕੱਲ। ਬਸ ਉੱਥੇ ਉਹੀ ਬਚਨ ਕਹਿ ਰਹੇ ਨੇ, ਆਜ ਕਾਲ ਤਜ ਜਾਹੋਗੇ, ਜਿਉਂ ਕਾਂਚੁਰੀ ਭਿਅੰਗ। ਕਹਿੰਦੇ ਇਹਨੂੰ ਅੱਜ ਤੇ ਕੱਲ ਵਿੱਚ, ਦੇਹੀ ਨੂੰ ਇੱਕ ਦਿਨ ਛੱਡ ਦੇਣਾ ਹੈ। ਕਬੀਰ ਗਰਬ ਨਾ ਕੀਜੀਐ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਘਾਸ। ਇਹਦੇ 'ਚ ਵੀ ਅੱਜ ਤੇ ਕੱਲ ਦਾ ਆ ਰਿਹਾ। ਤੇ ਕਹਿੰਦੇ ਅੱਜ ਜਾਂ ਕੱਲ ਇਹਨੇ ਡਿੱਗ ਪੈਣਾ, ਸਵਾਸਾਂ ਨੇ ਨਿਕਲ ਜਾਣਾ ਸਰੀਰ ਵਿੱਚੋਂ। ਤੇ ਚਾਰ ਭਰਾ ਚੁੱਕ ਕੇ ਸ਼ਮਸ਼ਾਨ ਘਾਟ ਲੈ ਕੇ ਜਾਣਗੇ ਤੇ ਉੱਥੇ ਜਾ ਕੇ ਸੰਸਕਾਰ, ਤੇ ਅਗਲੇ ਦਿਨ ਸਵਾਹ ਦੀ ਢੇਰੀ ਹੈ ਬਸ। ਉੱਪਰ ਜਾਮੈ ਘਾਸ। ਉਹਦੇ ਤੋਂ ਬਾਅਦ ਫਿਰ ਉਹ ਤੇ ਸਾਧ ਸੰਗਤ, ਜਿੱਥੇ ਉਹ ਸਵਾਹ ਦੀ ਢੇਰੀ ਹੁੰਦੀ ਉਹਦੇ ਤੇ ਘਾਹ ਹੀ ਜੰਮਦਾ। ਕਦੇ ਖਿਆਲ ਕਰਕੇ ਵੇਖ ਲਈਏ, ਉਹੀ ਕੁਛ ਹੁੰਦਾ। ਤਾਂ ਉੱਥੇ ਭਾਈ ਗੁਰਮੁਖ ਸਤਿਗੁਰਾਂ ਦੇ ਵਚਨ ਸੁਣ ਰਿਹਾ। ਕਹਿੰਦੇ ਗੁਰਸਿੱਖ ਨੂੰ ਦੇਰੀ ਨਹੀਂ ਕਰਨੀ ਚਾਹੀਦੀ, ਮੌਤ ਦਾ ਭਰੋਸਾ ਨਹੀਂ, ਮੌਤ ਦਾ ਭਰੋਸਾ ਹੈ ਨਹੀਂ। ਸਤਿਗੁਰ ਜੀ ਬਾਣੀ ਵਿੱਚੋਂ ਸੰਗਤ ਰੂਪ ਦੇ ਝੋਲੀ ਵਿੱਚ ਪਾ ਰਹੇ ਨੇ, ਉਸ ਵੇਲੇ ਵੀ ਤੇ ਅੱਜ ਵੀ। ਇਉਂ ਸਿਰ ਜਾਣੋ ਕਾਲ ਭਾਈ ਰੇ, ਇਉਂ ਸਿਰ ਜਾਣੋ ਕਾਲ, ਇਉਂ ਸਿਰ ਜਾਣੋ ਕਾਲ ਭਾਈ ਰੇ, ਇਉਂ ਸਿਰ ਜਾਣੋ ਕਾਲ, ਇਉਂ ਸਿਰ ਜਾਣੋ ਕਾਲ ਭਾਈ ਰੇ, ਇਉਂ ਸਿਰ ਜਾਣੋ ਕਾਲ, ਇਉਂ ਸਿਰ ਜਾਣੋ ਕਾਲ ਭਾਈ ਰੇ, ਇਉਂ ਸਿਰ ਜਾਣੋ ਕਾਲ, ਇਉਂ ਸਿਰ ਜਾਣੋ ਕਾਲ ਭਾਈ ਰੇ, ਇਉਂ ਸਿਰ ਜਾਣੋ ਕਾਲ, ਇਉਂ ਸਿਰ ਜਾਣੋ ਕਾਲ ਭਾਈ ਰੇ, ਇਉਂ ਸਿਰ ਜਾਣੋ
सिर जानो त्यों सिर जानो काल भाई रे त्यों सिर जानो काल जानो काल भाई रे सिर जानो काल सिर जानो काल भाई रे सिर जानो काल सिर जानो काल भाई रे सिर जानो काल सिर जानो काल भाई रे सिर जानो काल ज्यों मच्छी त्यों मानसा 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 पवै अचिंता जाल भाई रे सिर जानो सिर जानो काल भाई रे सिर जानो काल 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 सिर जानो काल भाई रे सिर जानो काल। इस बचन नूं महाराज ने गुरबाणी च लिखिया है ज्यों मच्छी त्यों मानसा। जिमें एक मच्छी का एग्जाम्पल दे के दसते ने महाराज जी कहते अत सियाणी सोहनी मछली जाल ना जानिया सर खारा असगाहो अत सियाणी सोहनी क्यों कीतो बेसाहो कीते कारण पकड़ी काल ना टलै सराहो। भाई रे इयों सिर जानो काल ज्यों मच्छी त्यों मानसा पवै अचिंता जाल। जिमें खुले जल विच खेडदी तारियां लाउंदी मच्छी ਉਹਨੂੰ लगदा भी मैं अपने परिवार ਵਿੱਚ सेफ हाँ शायद इत्थे मौत नहीं आ सकती। पर हुण मच्छी इस गल तो अणजाण है भी दरिया के किनारे साफ पानी दे विच तेरी हरकत नूं शिकारी किनारे ते खड़ा चंगी तरह वेख रहा है, उन्होंने तू दिस रही है। मिरत हसै सिर ऊपर है काल ब्याल जो परे डोले मुख पसारै मीत। हुण जिहड़ी चीज़ सिर दे उत्ते है उन्होंने अपना की नहीं दिसदा दसो, जिहड़ी चीज़ अपने मोढे ते बैठी है उन्होंने अपने बारे की नहीं पता। फिर हुण महाराज जी कहते मौत तेरे सिर ते है ते पशु वर्गी मत वाला बंदा कहते इउं कहंदा है भी शायद मेरा गुआंढी चढ़ाई कर गया, मेरा रिश्तेदार चढ़ाई कर गया, मैनू की हो सकता है। इनू ये इसे गल तो वेसड़ है, भुलिया फिरदा इस गल नूं। सो अत सियाणी सोहनी वो जाल लाउंदा है ते तारियां लाउंदी मच्छी नूं अपने जाल विच लै जांदा है। इसे तरह कहते ये जिंद रूपी मच्छी बंदे नूं लगदा भी मेरा मौत की बिगाड़ सकती है। हर की गत न कोऊ जाना है, वो वाहिगुरू दी खेडां नूं नहीं कोई जान सकता। ये सच्चियां गल्लां कौड़ियां जिहां जरूर हुंदियां ने। हुण वेखो गुरमुखो आपां जिन्ने क बैठे आ किसी दे परिवारक मैंबर उहदे हत्थां 'च तुरे होए ने, किसी दा रिश्तेदार, किसी दा प्यारा जा मित्र, किसी दा दूरों किसी दा नेड़ियों, किसी दे वड्डे किसी दे छोटे तोरी जरूर बैठे आ। ये गल तो कोई मुकर नहीं सकता, जरूर किसी ना कोई तोरिया होया है। बड़ा उस वेले दुख हुंदा, विछोड़ा हुंदा, पता नहीं है ना ये मौत है जिहड़ी उस तरह बाज दी न्याई झपट मारदी है ते बिना दसे आउंदी है। साध संगत सरफै सरफै सदा सदा एवै गई विहाए नानक किसनों आखी है बिन पुछिया ही लै जाए। ये तो बिना पुछे लैके जाती है, दसदी नहीं है चंदरी। ते भाई उहदा सुभाव ही ऐसा है, एक रत्ती बिलम ना देव नहीं बन जा रहा मित्रा, उन्नी तकड़े पाए हाथ फिर कदों छड्डदी है। वह तो तकड़े हथ पा के लैके जाती है, माफ़ नहीं करती, तरस नहीं करती, दया नहीं करती, लै जाती है। फिर हुण वेखो अपने सामने की कुछ नहीं हो रहा। वैसे तो आपां नूं कहण दी लोड़ नहीं पैंदी, पर अचनचेत घटनावां जम्मू कश्मीर कल की घटना है तो पहाड़ की वक्खी वक्खी बस भजी जाती है। हुण जदों बस दे विच आपां बैठे हुंदे आ, अपना समान हुंदा है, उहदे च अपने परिवारक मैंबर भी हुंदे ने, वड्डे छोटे बच्चे भी हुंदे ने नाल, ते घुम्मण वास्ते भी बंदा जांदा है। इस तरह बस दे विच जांदे ने, अचनचेत बस का बैलेंस बिगड़दा है, डूंगी खाई दे विच डिगदी है। कल की खबर पढ़ी है भी 11 बंदे तां थां ती चढ़ाई कर गए सी, वो तो ज़्यादा भी गिणती उन्हां दी वधणी है क्योंकि इंजर्ड हुंदे ने,
गंभीर जख्मी हुंदे ने कई। तो 11 की तो खबर आ गई। तो हुण इधर आ जाओ दिल्ली टिकरी बॉर्डर के उपर। दिल्ली टिकरी बॉर्डर के उपर दास का जिला मानसा है। मेरे मानसा जिले दियां 6 बीबियां दिल्ली बहुत लंबा समा संघर्ष दे विच उत्थे रह के लंगर पकाने, उत्थे रह के झाड़ू देने, उत्थे संघर्ष दे विच मोहरियां दी कतार विच कुदना उन्हां बीबियां ने। खीवा दयालू वाला मानसा जिले का पिंड है खीवा, तो असी उत्थे भी बहुत बार गए हैं। उस पिंड दियां बीबियां अज उस अंदोलन तो कुछ दिनों वास्ते घर आउण वास्ते भी असी थोड़ा बहुता बच्चों नूं मिल आईए, धीआं पुत्रां नूं मिल आईए, परिवार नूं मिल आईए, तो असी फिर आ जावांगियां। आग्या लैके जिहड़े जथेबंदी दे मोहरले बंदे हुंदे ने उन्हां नूं आख के, वो कहंदे कोई गल नहीं माता जी तुसीं जाओ, कोई गल नहीं। तो वो अजे तैयार होइयां बैठियां ने भी असी तुरना है। उन्होंने अपने झोले वगैरह बैग वगैरह लै ले, तो इउं 6 जणियां। तो गुरमुखो उधरों फिर वो ट्रक आउंदा है, मौत का रूप धार के काल बन के तुरिया आउंदा है। हुण की पता भी इस तरह हसदे खेडदिआं नूं किवें वो मौत बाज बन के अटैक करती है साध संगत। हुण उन्हां बीबियां दा भी परिवार है पिछे, उन्हां नूं भी बच्चे उडीकदे सी, मां आउण वाली है। ठीक है, आपां नूं अपने हक्कां दी खातर पंजाब दा तां खास करके गुरमुखो जदों कुरबानियां दे विच गल आउंदी है, शहीदियां दे विच गल आउंदी है, तां इह तां 2% वाले शहीदियां वेले जदों इतिहास दा बरका फरोलदे आ 98% शहीदियां इन्हां दी ही निकलदियां ने, 98 वाले ने इह। ते साध संगत उत्थे फिर उन्हां दा भी परिवार है, उन्हां दे भी बच्चे ने, पर वो मौत का रूप धार के वो ट्रक जदों आया 6 दियां 6 बीबियां दे उपरों दी लंघ जांदा है। 3 बीबियां दी थां ते मौत हो जाती है, चौथी बीबी बहुत ज़्यादा गंभीर हालत दे विच है, ते 2 बीबियां दियां लत्तां बाहां तोड़ के लंघ जाता है। हुण पता लगदा भी कदों की हो जावे, वाहिगुरू दियां खेडां। इसे करके महाराज कहंदे ने, ओ बंदिया संभल जा, ना कर माण इस गल दा, ना कर हंकार इस गल दा, छड़ दे मेरी मेरी ते वाहिगुरू ते भरोसा रख, वाहिगुरू ते विश्वास रख। ते इस तरह 6वें पातशाह महाराज जी दस रहे ने। ते गुरमुख जिहड़ा सी ना अज सतगुरां दे चरनी आके खड़ गया, अपने घर वाली नूं लेके कहंदा सच्चे पातशाह मेरी बेनती। सतगुरु जी कहंदे दस बई सिखा। कहंदा महाराज मैनूं अपने चरनी ला लो, मेरा भला कर दिओ, मेरी जिंदगी सफल हो जावे, मेरे सवास सफले हो जाण, मेरी रहिंदी उम्र चरनां दे विच लग जावे। धन गुरु हरगोबिंद साहब महाराज जी कहंदे ना की है तेरा? कहंदे महाराज गुरमुख है मेरा नाम। कहंदे तू गुरु वाला बने? कहंदे नहीं महाराज, किरपा करो मैनू गुरु वाला बना लो, निगुरेपण दी झूठ ला दिओ सतगुरु जी, किरपा करके मैनू गुरमंत्र दी दात, मूल मंत्र दी दात दे दिओ, मैनू बाणी नाल जोड़ दिओ, मेरे परिवार दी झोली सेवा ते सिमरन पा दिओ। 10वें पातशाह महाराज जी नूं पुछिया सी, कहंदे सच्चे पातशाह जिहड़ा आप जी दा सचियार सिख है वो गुरु तो मंगदा की है? महाराज जी कहंदे सिख ने दुध पुत माया धन नितनेम सेवा सिमरन अमृत दी दात गुरु कोलों मंगनी है। ये सारियां मंगा सिख मंगदा है, पर कहंदे महाराज विशेष की मंगदा है? कहंदे जिवें जिवें मेरा सिख उम्र दे विच वड्डा हुंदा जांदा है, उहदा परिवार वड्डा हो जांदा है, पुत पोतरे दोहते दोहतियां फुलवाड़ी वध जांदी है। गुरसिख नूं पता हुंदा भी हुण मैं ये मात लोक नूं शरीर ने छड्ड जाना है संसार तो। सिख फिर एक वस्तु मंगदा है। महाराज दसो की मंगदा है? कहंदे फिर जिहड़ा सचियार सिख है ना वो गुरु दे चरनां विच अपने विहड़े विच बैठा अरदास करदा है, सच्चे पातशाह ये शरीर ने रहना नहीं, इस घर विचों एक दिन शरीर नूं मेरे धीआं पुत्र चुक के लैके जाणगे, ते महाराज मेरे जाण तो बाद मेरे परिवार विचों सिੱਖੀ दा बूटा ना सुके, मेरे परिवार विच सिੱਖੀ दा बूटा जिहड़ा वधे ते फुੱਲੇ, मेरे धीआं पुत्र पोतरे पोतरियां दोहते दोहतियां वो सतगुरु जी नितनेम करन वाले, बाणी नूं पढ़न वाले, 10 नौहां दी सुच्ची किरत करन वाले होण। ते साध संगत ये गुरसिख दी मंग है। कौन मंगेगा? जिहड़ा खुद जुड़े है, जिहदे घर विच सिੱਖੀ दा बूटा लगे है। तां जदों आपां समाज विच विचरदे हां माफ़ करना दुख नहीं मनाउणा हुंदा, क्योंकि जे असीं मूल नाल ना जुड़े तां फिर बणिया भी की? कुछ नहीं बणिया, मूल नालों टुटना नहीं है। हुण जिहड़े घर विच गुरसिख है उहने तां मंग लिया, उन्हें तो अरदास कर दी महाराज सिੱਖੀ दा बूटा वधे ते फुੱਲੇ सारे संसार विच, पर जिहड़े घर विच सिੱਖੀ दा बूटा ही है नहीं वो कितों मंगेगा? वो किवें अरदास करेगा? कोशिश करो साध संगत अपने परिवार नूं सिੱਖੀ नाल जोड़ीए। ते साध संगत
ਇਹ ਜਿਹੜਾ ਆਪਣਾ ਅੰਦੋਲਨ ਹੈ ਨਾ, ਅੰਦੋਲਨ ਦਾਸ ਉੱਥੇ ਹੀ ਆਉਂਦਾ ਹੈ। ਪਰ ਮੈਂ ਇੱਕ ਜ਼ਰੂਰੀ ਗੱਲ ਕਹਿਣੀ ਭੁੱਲ ਗਿਆ ਸੀ, ਉਹ ਕਹਿਣੀ ਚਾਹੁੰਦਾ। ਹੁਣ ਵੇਖੋ, ਜੰਮੂ ਦੇ ਵਿੱਚ ਬੱਸ ਡਿੱਗੀ ਖਾਈ ਦੇ ਵਿੱਚ, ਬਹੁਤ ਮਾੜਾ ਹੋਇਆ, ਆਪਾਂ ਵੀ ਕਹਿ ਸਕਦੇ ਹਾਂ ਇਹ ਗੱਲ। 11 ਬੰਦਿਆਂ ਦਾ ਸਾਧ ਸੰਗਤ ਤੁਰ ਜਾਣਾ ਛੋਟੀ ਜੀ ਗੱਲ ਨਹੀਂ ਹੁੰਦੀ। 11 ਘਰਾਂ ਦੇ ਚਿਰਾਗ ਬੁਝ ਗਏ, ਉਹਦੇ ਵਿੱਚ ਬੱਚੇ ਵੀ ਹੋਣਗੇ, ਬਜ਼ੁਰਗ ਵੀ ਹੋਣਗੇ, ਬੀਬੀਆਂ ਵੀ ਹੋਣਗੀਆਂ। ਆਪਾਂ ਵੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੁੰਨੇ ਆ। ਬਹੁਤ ਮਾੜਾ ਹੋਇਆ। ਦਿੱਲੀ ਜਿਹੜੀਆਂ ਬੀਬੀਆਂ ਜਾਂ ਉਹ ਤੋਂ ਪਹਿਲਾਂ ਕਿਸਾਨ ਵੀਰ ਵੱਡੇ ਛੋਟੇ ਜੋ ਵੀ ਸਾਧ ਸੰਗਤ ਉੱਥੇ ਆਪਣੇ ਸਰੀਰ ਦਾ ਬਲੀਦਾਨ ਦੇ ਚੁੱਕੇ ਨੇ, ਉਹ ਦੁੱਖ ਦੇ ਵਿੱਚ ਵੀ ਆਪਾਂ ਸ਼ਰੀਕ ਸੀ ਤੇ ਹਾਂ ਤੇ ਰਹਾਂਗੇ। ਪਰ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਸਿਆਣੇ ਸੱਜਣਾ ਨੇ, ਜੰਮੂ ਦੇ ਵਿੱਚ ਬੱਸ ਡਿੱਗੀ, PM ਸਾਹਿਬ ਦਾ ਉਸੇ ਵੇਲੇ ਸਾਧ ਸੰਗਤ ਮੈਸੇਜ ਆ ਗਿਆ ਵੀ ਜੰਮੂ ਦੇ ਵਿੱਚ ਜਿਹੜੇ ਜਿੰਨੇ ਵੀ ਸ਼ਰੀਰ ਮੌਤ ਦੇ ਘਾਟ ਉਤਰ ਗਏ, ਉਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਈਆ ਸਹਾਇਤਾ। ਸੈਂਟਰ ਦੇ ਵਜ਼ੀਰਾਂ ਨੇ ਵੀ ਹਾਂ ਦਾ ਨਾਰਾ ਮਾਰਿਆ। ਬਹੁਤ ਮਾੜਾ ਹੋਇਆ, ਅਸੀਂ ਉਹ ਦੁੱਖ ਵਿੱਚ ਸ਼ਰੀਕ ਹੁੰਨੇ ਆ, ਸੈਂਟਰ ਦੇ ਵਜ਼ੀਰਾਂ ਨੇ ਤੇ PM ਨੇ। ਪਰ ਅਫਸੋਸ ਦਿੱਲੀ ਵਾਲੀਆਂ ਬੀਬੀਆਂ ਬਾਰੇ, ਉਹ ਤੋਂ ਪਹਿਲਾਂ ਵਾਲੇ ਕਿਸਾਨਾਂ ਬਾਰੇ ਅੱਜ ਤੱਕ ਸੈਂਟਰ ਦੇ PM ਤੇ ਸੈਂਟਰ ਦੇ ਕਿਸੇ ਵਜ਼ੀਰ ਨੇ ਜ਼ਬਾਨ ਤੱਕ ਨਹੀਂ ਖੋਲੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕੋ ਦਿਨ ਦੀ ਘਟਨਾ ਹੋਵੇ, ਇੱਕ ਪਾਸੇ 3 ਇੱਕ ਪਾਸੇ 11, ਉਧਰ ਮੁਆਵਜ਼ਾ ਦਿੱਤਾ ਜਾ ਰਿਹਾ ਤੇ ਇਧਰ ਸਾਧ ਸੰਗਤ ਮੂੰਹ ਤੱਕ ਨਹੀਂ ਖੋਲਿਆ ਜਾ ਰਿਹਾ। ਹੁਣ ਇੱਥੋਂ ਹਿਸਾਬ ਲਾਓ ਵੀ ਲੋਕਤੰਤਰ ਦੀ ਜਿਹੜੇ ਦੀ ਆਪਾਂ ਗੱਲ ਕਰਦੇ ਆ, ਜਿਹੜੇ ਸੰਵਿਧਾਨ ਦੀ ਆਪਾਂ ਗੱਲ ਕਰਦੇ ਆ, ਤੇ ਸਾਧ ਸੰਗਤ ਉਹ ਕਿੱਧਰ ਨੂੰ ਜਾ ਰਿਹਾ ਹੈ, ਇਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ, ਆਪਣੇ ਆਪ ਲੱਗ ਜਾਂਦਾ ਅੰਦਾਜ਼ਾ। ਸੋ ਇਹ ਬੜੀ ਇੱਕ ਦਰਦਨਾਕ ਕਹਾਣੀ ਹੈ। ਖੈਰ ਸਤਿਗੁਰ ਜੀ ਕਿਰਪਾ ਕਰਨ, ਜਿਹੜੇ ਹੱਕ ਨੇ ਨਾ ਉਹ ਮੰਗਣੇ ਨਾ ਪੈਣ, ਆਪਣੇ ਆਪ ਮਿਲਣੇ ਚਾਹੀਦੇ ਨੇ। ਕਿਉਂਕਿ ਜਿਹੜਾ ਆਪਣਾ ਹੱਕ ਹੈ, ਮੰਨ ਲਓ 2 ਭਰਾ ਨੇ, ਜੇ ਭਰਾ ਨੂੰ ਭਰਾ ਤੋਂ ਹੱਕ ਮੰਗਣਾ ਪੈ ਗਿਆ, ਉੱਥੇ ਹਿਸਾਬ ਲਾਇਆ ਜਾ ਸਕਦਾ ਹੈ ਵੀ ਭਰਾ ਹੱਕ ਦੱਬ ਰਿਹਾ ਹੈ। ਜੇ ਉਹਦਾ ਹੱਕ ਹੈ, ਇੱਕ ਵੱਡੇ ਦਾ ਇੱਕ ਛੋਟੇ ਦਾ ਹੱਕ ਹੈ, ਤੇ ਮੰਗਣ ਦੀ ਲੋੜ ਨਹੀਂ ਨਾ, ਆਪਣੇ ਆਪ ਹੀ ਦੇ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਅੱਜ ਜਿਹੜੀ ਆਪਣੇ ਹੱਕਾਂ ਦੀ ਗੱਲ ਹੈ ਸਾਧ ਸੰਗਤ, ਉਹ ਸਾਨੂੰ ਮੰਗਣ ਦੀ ਲੋੜ ਨਾ ਪੈਂਦੀ। ਅੱਜ ਤਾਂ ਬੜੀਆਂ ਗੁੰਝਲਦਾਰ ਕਹਾਣੀਆਂ ਨੇ, ਭਾਵੇਂ ਸੈਂਟਰ ਦੀ ਗੱਲ ਕਰ ਲਓ, ਭਾਵੇਂ ਸੂਬਿਆਂ ਦੀ ਗੱਲ ਕਰ ਲਓ, ਮੰਗਣ ਦੀ ਗੱਲ ਤਾਂ ਦੂਰ ਆ, ਮੰਗੇ ਤੋਂ ਵੀ ਨਹੀਂ ਮਿਲ ਰਹੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਤੇ ਮਿਲ ਰਿਹਾ ਕੁਛ ਨਹੀਂ। ਜੇ ਮਿਲ ਰਹੀਆਂ ਨੇ ਤਾਂ ਡਾਂਗਾ ਮਿਲ ਰਹੀਆਂ ਨੇ, ਜੇ ਮਿਲ ਰਹੀਆਂ ਨੇ ਤਾਂ ਸਾਧ ਸੰਗਤ ਆ ਜਿਹੜੀ ਸਰਦਾਰੀ ਆ ਪੱਗ ਜਿਹੜੀ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਇਹ ਪੱਗ ਰੁੜ ਰਹੀ ਹੈ, ਧੀਆਂ ਭੈਣਾਂ ਦੀਆਂ ਚੁੰਨੀਆਂ ਰੁਲ ਰਹੀਆਂ ਨੇ। ਹੋਰ ਇਹ ਤੋਂ ਵੱਧ ਕੁਛ ਨਹੀਂ। ਆਪਾਂ ਉਸ ਦੇਸ਼ ਦੇ ਵਾਸੀ ਹਾਂ, ਉਹਨਾਂ ਸੂਬਿਆਂ ਦੇ ਵਾਸੀ ਹਾਂ। ਕਈ ਵਾਰ ਸ਼ਰਮ ਵੀ ਆਉਂਦੀ ਆਪਣੇ ਆਪ ਨੂੰ ਵੀ ਕਿਹੋ ਜਿਹੇ ਹਾਲਾਤ ਬਣ ਚੁੱਕੇ ਨੇ। ਖੈਰ ਗੁਰੂ ਭਲੀ ਕਰੇ। ਗੁਰਮੁਖ ਨੂੰ ਸਤਿਗੁਰ ਜੀ ਕਹਿਣ ਲੱਗੇ, ਗੁਰਮੁਖ ਸਿੱਖ ਬਣਨਾ? ਕਹਿੰਦੇ ਮਹਾਰਾਜ ਹਾਂ। ਸਤਿਗੁਰਾਂ ਨੇ ਇੱਕੋ ਹੀ ਬਚਨ ਕਿਹਾ ਸੀ, ਕਹਿੰਦੇ ਸੋਚ ਲੈ। ਕਹਿੰਦੇ ਨਹੀਂ ਮਹਾਰਾਜ ਸਿੱਖ ਬਣਨਾ ਹੈ। ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਂ ਨਾ। ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਂ ਨਾ। ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਂ ਨਾ। ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਂ ਨਾ। ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਂ ਨਾ। ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀਂ ਨਾ। ਭਾਈ ਕਹਿੰਦੇ ਜੇ ਸਿੱਖੀ ਮੰਗਦਾ ਹੈ ਨਾ ਤਾਂ ਸਿੱਖੀ ਸਿਦਕ ਦੀ ਹੁੰਦੀ ਹੈ। ਸਿਦਕ ਨਿਭਾਉਣਾ ਪੈਣਾ, ਸਿਦਕ ਵਿਖਾਉਣਾ ਪੈਣਾ। ਉਸ ਵੇਲੇ ਸਤਿਗੁਰਾਂ ਦੀ ਬਖਸ਼ਿਸ਼ ਹੋਈ। ਕਹਿੰਦਾ ਮਹਾਰਾਜ ਬੰਦੇ ਵਿੱਚ ਕੀ ਬਲ ਹੈ, ਆਪ ਜੀ ਕਿਰਪਾ ਕਰੋ, ਮਿਹਰ ਦਾ ਹੱਥ ਰੱਖਿਓ, ਉਹ ਸਿਦਕ ਬਖਸ਼ੋ। ਸਿੱਖ ਬਣਿਆ, ਕਈ ਮਹੀਨੇ ਰਹਿ ਕੇ ਗੁਰੂ ਦੇ ਦਰ ਤੇ ਸੇਵਾ ਕੀਤੀ ਤੇ ਉਸ ਵੇਲੇ ਸਾਧ ਸੰਗਤ ਕਈ ਮਹੀਨਿਆਂ ਤੋਂ ਬਾਅਦ ਚੰਗਾ ਕਾਰੋਬਾਰੀ ਸੀ ਭਾਈ ਗੁਰਮੁਖ, ਸੋਹਣਾ ਕਾਰੋਬਾਰ ਸੀ, ਖੇਤੀ ਪੱਤੀ ਕਰਦਾ ਸੀ, ਇਲਾਕੇ ਵਿੱਚ ਮਾਣ ਸੀ, ਬੜੀਆਂ ਖੁਸ਼ੀਆਂ ਸੀ ਘਰ ਦੇ ਵਿੱਚ।
ਤੇ ਜਦੋਂ ਤੁਰਨ ਲੱਗਿਆ ਮਹਾਰਾਜ ਹੁਣ ਮੈਂ ਘਰ ਨੂੰ ਜਾਣਾ। ਸਤਿਗੁਰੂ ਜੀ ਕਹਿੰਦੇ ਜਾਓ, ਹੁਕਮ ਹੈ ਆਪਾਂ ਨੂੰ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਹਿੰਦੇ ਘਾਲਣਾ ਘਾਲ ਕੇ, ਆਪਣੀ ਕਿਰਤ ਕਰਕੇ, ਆਪਣੀ ਕਮਾਈ ਕਰਕੇ, ਹੱਥੋਂ ਦੇ ਕੇ ਭਲਾ ਮਨਾਵੇ, ਦਾਨ ਪੁੰਨ ਕਰਨਾ, ਪਰਉਪਕਾਰ ਕਰਨੇ, ਗਰੀਬ ਲੋੜਵੰਦ ਦੀ ਹੈਲਪ ਕਰਨੀ, ਇਹ ਸਤਿਗੁਰਾਂ ਨੇ ਸਾਨੂੰ ਸਹਿਜੇ ਸਿਖਾਇਆ ਹੋਇਆ ਹੈ। ਤਾਂ ਸਤਿਗੁਰੂ ਜੀ ਕਹਿੰਦੇ ਜਾ ਸਕਦੇ ਹੋ। ਕਹਿੰਦਾ ਮਹਾਰਾਜ ਘਰ ਵਾਲੀ ਨਾਲ ਹੈ, ਪਰ ਜਵਾਨੀ ਦੀ ਉਮਰ ਹੈ, ਜੇ 5 ਸਾਲ ਦਾ ਹੀ ਬੱਚਾ ਹੈ। ਕਹਿੰਦਾ ਮਹਾਰਾਜ ਘਰ ਨੂੰ ਚੱਲਿਆ, ਸੋਹਣੀ ਅਵਸਥਾ ਦੇ ਮਾਲਕ ਬਣ ਗਏ, ਕਿਰਪਾ ਕਰੋ ਸਾਡੀ ਝੋਲੀ ਐਸੇ ਬਚਨ ਪਾਓ, ਅਸੀਂ ਖੇਤੀ ਪੱਤੀ ਕਰਨ ਵਾਲੇ ਗ੍ਰਸਤੀ ਲੋਕ ਹਾਂ, ਹਰ ਪਲ ਭੁੱਲਦੇ ਹਾਂ। ਮਹਾਰਾਜ ਐਸਾ ਉਪਦੇਸ਼ ਬਖਸ਼ੋ ਜਿਹਦੇ ਕਰਕੇ ਸਵਾਸ ਸਫਲੇ ਹੋ ਜਾਣ, ਜ਼ਿੰਦਗੀ ਸਫਲੀ ਹੋ ਜਾਵੇ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ, ਕਿਉਂਕਿ ਸਤਿਗੁਰੂ ਅੰਤਰਜਾਮੀ ਹੈ, ਭੂਤ ਭਵਿੱਖਤ ਵਰਤਮਾਨ ਤਿੰਨੇ ਕਾਲਾਂ ਦੇ ਜਾਣੂ ਨੇ ਮਹਾਰਾਜ ਜੀ। ਵੇਖਿਆ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉ ਹੋਵਣਾ, ਜਹ ਜਹ ਰੱਖੇ ਆਪ ਤੈ ਜਾਏ ਖੜੋਵਣਾ। ਤੇ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਭਾਈ ਇੱਕ ਤਾਂ ਮੌਤ ਨੂੰ ਚੇਤੇ ਰੱਖਣਾ ਹੈ, ਮਰਨੇ ਨੂੰ ਨਹੀਂ ਭੁੱਲਣਾ। ਭਗਤ ਕਬੀਰ ਜੀ ਨੇ ਆਖਿਆ, ਕਬੀਰ ਹਾੜ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਘਾਹ ਦੀ ਤਰ੍ਹਾਂ ਕੇਸ ਮੱਚਦੇ ਨੇ ਉਹ ਬੰਦੇ ਆ, ਲੱਕੜਾਂ ਦੀ ਤਰ੍ਹਾਂ ਹੱਡ ਜਲਦੇ ਨੇ, ਤੇ ਕਹਿੰਦੇ ਇਉਂ ਸਰੀਰ ਦਾ ਅੰਤ ਹੋ ਜਾਂਦਾ, ਸਵਾਹ ਦੀ ਢੇਰੀ ਬਣ ਜਾਂਦਾ। ਚੇਤੇ ਰੱਖ, ਮਰਨੇ ਨੂੰ ਭੁੱਲਣਾ ਨਹੀਂ ਕਦੇ। ਤੇ ਉਸ ਵੇਲੇ ਮਰਨੇ ਨੂੰ ਚੇਤੇ ਰੱਖਣਾ ਤੇ ਵਾਹਿਗੁਰੂ ਦੇ ਹੁਕਮ ਵਿੱਚ ਰਹਿਣਾ, ਰਜਾ ਵਿੱਚ ਰਹਿਣਾ। ਕਦੇ ਵੀ ਵਾਹਿਗੁਰੂ ਨੂੰ ਉਲਾਂਭਾ ਗਿਲਾ ਸ਼ਿਕਵਾ ਨਹੀਂ ਕਰਨਾ, ਵਾਹਿਗੁਰੂ ਤੇ ਹੁਕਮ ਦੇ ਵਿੱਚ ਪ੍ਰਸੰਨ ਰਹਿਣਾ। ਸਤ ਬਚਨ ਮਹਾਰਾਜ ਕਿਰਪਾ ਕਰਿਓ, ਡੋਲ ਨਾ ਜਾਈਏ, ਸਿਰ ਤੇ ਮਿਹਰ ਦਾ ਹੱਥ ਰੱਖਿਓ। ਇਉਂ ਆਗਿਆ ਲੈ ਕੇ ਪਿੰਡ ਚਲੇ ਜਾਂਦੇ ਨੇ, ਨਿਤਨੇਮ ਕਰਦੇ ਨੇ, ਵਾਹਿਗੁਰੂ ਦੇ ਹੁਕਮ ਵਿੱਚ ਰਜਾ ਵਿੱਚ ਪ੍ਰਸੰਨ ਚਿੱਤ ਜ਼ਿੰਦਗੀ ਲੰਘ ਰਹੀ ਹੈ। ਕਾਫੀ ਸਮਾਂ ਲੰਘ ਗਿਆ, 7-8 ਸਾਲ ਦਾ ਲੜਕਾ ਹੋ ਗਿਆ। ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ। ਸ਼ੁਕਰ ਹੈ ਜਿਨ੍ਹਾਂ ਘਰਾਂ ਵਿੱਚ ਇਹੋ ਜਿਹਾ ਮਾਹੌਲ ਹੈ। ਗੁਰਮਖੋ ਤੰਦਰੁਸਤੀ ਮੰਗੋ ਵਾਹਿਗੁਰੂ ਤੋਂ, ਤੰਦਰੁਸਤੀ ਮੰਗੋ, ਪਿਆਰ ਇਤਫਾਕ ਮੰਗੋ, ਸਤਿਗੁਰਾਂ ਤੋਂ ਚੜ੍ਹਦੀ ਕਲਾ ਵਾਲੇ ਜੀਵਨ ਮੰਗੋ। ਤੇ ਜਦੋਂ ਤਾਣੀ ਉਲਝ ਜਾਂਦੀ ਹੈ ਨਾ, ਫਿਰ ਸਾਰਾ ਕੁਝ ਹੀ ਉਲਝ ਜਾਂਦਾ ਹੈ। ਤੇ ਉੱਥੇ ਫਿਰ ਅੱਜ ਕੀ ਹੋਇਆ, ਅਚਨਚੇਤ ਭਾਈ ਗੁਰਮੁਖ ਦੇ ਸਰੀਰ ਨੂੰ ਕੋਈ ਰੋਗ ਲੱਗ ਗਿਆ। ਮਹਾਰਾਜ ਦੇ ਬਚਨ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇਹੇ ਰੇ ਮਨ ਸਾਰੰਗ ਪਾਣੀ। ਕਹਿੰਦੇ ਭਜਨ ਕਰ ਲੈ ਉਸ ਦਾਤੇ ਦਾ, ਵਾਹਿਗੁਰੂ ਦਾ। ਕਹਿੰਦਾ ਜੀ ਅਜੇ ਟਾਈਮ ਨਹੀਂ। ਮਹਾਰਾਜ ਕਹਿੰਦੇ ਅਬ ਨਾ ਭਜਸ, ਭਜਸ ਕਬ ਭਾਈ। ਕਹਿੰਦੇ ਜੇ ਹੁਣ ਨਹੀਂ ਭਜਨ ਕਰਦਾ ਕਦੋਂ ਕਰੇਗਾ। ਕਹਿੰਦੇ ਵੇਖਦੇ ਹਾਂ। ਮਹਾਰਾਜ ਕਹਿੰਦੇ ਆਵੈ ਅੰਤ ਨਾ ਭਜਿਆ ਜਾਈ। ਕਹਿੰਦੇ ਜਦੋਂ ਅੰਤ ਦਾ ਵੇਲਾ ਆ ਗਿਆ ਨਾ, ਜਵਾਨੀ ਵਿੱਚ ਵੀ ਆ ਜਾਂਦਾ ਹੈ, ਬਚਪਨ ਵਿੱਚ ਵੀ ਆ ਜਾਂਦਾ ਹੈ, ਅਧਖੜ ਉਮਰੇ ਵੀ ਆਉਂਦਾ ਹੈ, ਤੇ ਬੁਢਾਪੇ ਵਿੱਚ ਵੀ ਆਉਂਦਾ ਹੈ। ਆਵੈ ਅੰਤ ਨਾ ਭਜਿਆ ਜਾਈ, ਫੇਰ ਨਹੀਂ ਭਜਿਆ ਜਾਣਾ, ਫਿਰ ਤਾਂ ਹਾਏ ਹਾਏ ਹੁੰਦੀ ਹੈ ਗੁਰਮੁਖੋ। ਸੋ ਉੱਥੇ ਇਉਂ ਜਦੋਂ ਸਰੀਰ ਨੂੰ ਰੋਗ ਲੱਗਿਆ, ਬੜੇ ਇਲਾਜ ਕਰਵਾਏ, ਕਿਤੋਂ ਇਲਾਜ ਨਾ ਹੋਇਆ। ਭਾਈ ਗੁਰਮੁਖ ਨੂੰ ਰੋਗ ਨੇ ਸਿੱਟ ਲਿਆ। ਤੇ ਗੁਰਮੁਖੋ ਰੋਗ ਹੈ ਨਾ ਜਿਹੜਾ, ਰੋਗ ਇਹ ਤਾਂ ਹਾਥੀਆਂ ਨੂੰ ਸਿੱਟ ਲੈਂਦਾ, ਬੱਬਰ ਸ਼ੇਰਾਂ ਨੂੰ ਸਿੱਟ ਲੈਂਦਾ ਹੈ। ਬਿਮਾਰੀ ਹੈ ਨਾ, ਅੰਦਰ ਕਮਜ਼ੋਰੀ ਵੀਕਨੈਸ ਆ ਜਾਂਦੀ ਹੈ। ਤੇ ਗੁਰਮੁਖ ਜਿਹੜਾ ਸੀ ਦਿਨ ਪਰ ਦਿਨ ਕਮਜ਼ੋਰ ਹੁੰਦਾ ਗਿਆ। ਤੇ ਜਿਹੜਾ ਦਿਨ ਰਾਤ ਨਹੀਂ ਸੀ ਥੱਕਦਾ, ਕੰਮ ਧੰਦੇ ਕਰਦਾ, ਅੱਜ ਮੰਜੀ ਤੇ ਪਿਆ ਗੁਰਮੁਖੋ ਆਪਣੇ ਘਰ ਵਾਲੀ ਵੱਲ ਵੇਖਦਾ ਹੈ, ਛੋਟੇ ਜਿਹੇ ਬੱਚੇ ਵੱਲ ਵੇਖਦਾ ਹੈ। ਕਿਉਂਕਿ ਜਦੋਂ ਬੰਦੇ ਦਾ ਬਲ ਟੁੱਟ ਜਾਂਦਾ ਹੈ, ਉਸ ਵੇਲੇ ਫਿਰ ਇਹੋ ਹੀ ਹਾਲ ਹੁੰਦਾ ਹੈ। ਪਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਚੇਤੇ ਕਰਦਾ ਹੈ, ਅੰਮ੍ਰਿਤ ਬਾਣੀ ਦੀ ਤਾਕਤ ਹੈ, ਭਾਣੇ ਵਿੱਚ ਹੈ, ਰਜਾ ਵਿੱਚ ਹੈ, ਹੁਕਮ ਦੇ ਵਿੱਚ ਹੈ। ਤੇ ਅਰਦਾਸਾਂ ਕਰਦਾ, ਸੱਚੇ ਪਾਤਸ਼ਾਹ ਮਿਹਰ ਦਾ ਹੱਥ ਰੱਖਿਓ, ਮਨ ਡੋਲ ਨਾ ਜਾਵੇ, ਮੈਨੂੰ ਰਜਾ ਦੇ ਵਿੱਚ, ਭਾਣੇ ਦੇ ਵਿੱਚ। ਇਉਂ ਅਰਦਾਸਾਂ ਬੇਨਤੀਆਂ ਕਰਦਾ ਗੁਰੂ ਕਾ ਸਿੱਖ। ਤੇ ਗੁਰਮੁਖੋ ਅਕਾਲ ਚਲਾਣਾ ਕਰ ਜਾਂਦਾ ਹੈ। ਭਾਈ ਗੁਰਮੁਖ ਜਦੋਂ ਚੜ੍ਹਾਈ ਕਰ ਗਿਆ, ਹੁਣ ਇਹ ਗੱਲ ਤੋਂ ਕਹਿਣ ਦੀ ਲੋੜ ਨਹੀਂ ਵੀ ਘਰ ਵਾਲੀ ਤੇ ਅਸਰ ਕੀ ਹੁੰਦਾ ਹੈ, ਬੱਚਿਆਂ ਤੇ ਅਸਰ ਕੀ ਹੁੰਦਾ ਹੈ, ਪਰਿਵਾਰਾਂ ਤੇ ਅਸਰ ਕੀ ਹੁੰਦਾ ਹੈ, ਭਰਾਵਾਂ ਤੇ ਅਸਰ ਕੀ ਹੁੰਦਾ ਹੈ। ਇਹ ਗੱਲ ਦੇ ਅਰਥ ਕਰਨ ਦੀ ਲੋੜ ਨਹੀਂ। ਜਿਹੜੇ ਪਰਿਵਾਰ ਵਿੱਚ ਵਿਹੜੇ ਵਿੱਚ ਡੈੱਡ ਬੋਡੀ ਪਈ ਹੁੰਦੀ ਹੈ ਨਾ, ਬਸ ਉਹਨਾਂ ਨੂੰ ਪਤਾ ਹੁੰਦਾ ਸਾਰਾ ਵੀ ਉਹ ਕੀ ਹੁੰਦਾ ਹੈ। ਬਥੇਰਾ ਬੁਲਾਉਂਦੇ ਨੇ, ਨਹੀਂ ਬੋਲਦਾ। ਸਾਧ ਸੰਗਤ, ਧੀਆਂ ਪੁੱਤਰ ਉਹ ਆਵਾਜ਼ਾਂ ਮਾਰ ਮਾਰ ਕੇ, ਜਿਹਦਾ ਚਾਚਾ ਲੱਗਦਾ, ਤਾਇਆ ਲੱਗਦਾ, ਡੈਡੀ ਲੱਗਦਾ, ਭਰਾ ਲੱਗਦਾ, ਆਵਾਜ਼ਾਂ ਮਾਰ ਮਾਰ ਕਹਿੰਦੇ ਨੇ ਬੋਲ ਇੱਕ ਵਾਰ, ਨਹੀਂ ਕਿਸੇ ਦਾ ਬੋਲਿਆ। ਇਸ ਤਰ੍ਹਾਂ ਦਾ ਉਹ ਖੇਡ ਬਣ ਜਾਂਦੀ ਹੈ ਸਾਧ ਸੰਗਤ। ਤੇ ਭਾਈ ਗੁਰਮੁਖ ਦੇ ਘਰ ਵਾਲੀ ਜਦੋਂ ਹੁਣ ਤੋਰਨ ਲੱਗੀ ਆ ਨਾ, ਆਪਣੇ ਪਤੀ ਨੂੰ ਤੋਰਨ ਲੱਗੀ ਹੈ,
ये कहानी दास ने ना एक थां ते अखी वेखी, मेरे कन्ना ने सुनी। नौजवान पति चढ़ाई कर गया, मैं कोल खड़ा सी। सारे परिवार ने वेख लिया डेड बॉडी नूं। घर वाली कहन लगी भी मैनू भी अपने पति दे नाल दो गल्लां कर लैण दे। सारे कहन लगे रहन दे, उपर डिगेगी, बड़ा मुश्किल हो जाना। कहंदी नहीं, मैं वादा करदी हां, मैं कुछ नहीं आखदी, मैं दो गल्लां करनियां ने। कहंदे कर लैण दिओ। अपने घर वाले दे मुख नूं हथ पा के ना, दोनों हत्थां विच मुख नूं लैके वो बीबी ने आ शब्द कहा सी, जान वालिया सज्जणा फिर कदों मिलेगा आके, जान वालिया राइया दस जा कदों मिलेगा आके, जान वालिया सज्जणा कदों मिलेगा आके, जान वालिया राइया कदों मिलेगा आके, जान वालिया सज्जणा कदों मिलेगा आके, जान वालिया राइया कदों मिलेगा आके, जान वालिया सज्जणा फिर कदों मिलेगा आके, जान वालिया राइया दस जा कदों मिलेगा आके, जान वालिया राइया 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 कदों मिलेगा आके। क्यों साध संगत वो फिर विछोड़े का समा हुंदा। घर वाली आखदी है सिर दे साइयां तुरता गया है, दुख नूं सहना पीड़ा नूं सहना तो बहुत औखा है, विछोड़ा सुने दुख बिन डिठे मरियोद, बाज प्यारे अपने बिरही ना तीरोद। फिर मन कदों खड़दा है, नहीं खड़दा। आखिर उत्थे भाणे दे विच रजा दे विच शुकर दे विच भाई गुरमुख दे घर वाली समुच्चा परिवार, दुख बड़ा हुंदा, पीड़ बड़ी हुंदी है, पर पत्थर बनना पैंदा भाई, पत्थर बनना पैंदा। ते जिहड़े गुरमुख ने वो इस दुख नूं अमृत करके पी लैंदे ने। ते भाई उस वेले उन्हां दा अंतिम संस्कार सतनाम वाहिगुरू दा जाप गुरबाणी दे आसरे ते इहो ही वो समा हुंदा साध संगत। जिस तरह अज औलख परिवार दे विच साध संगत रंगले सज्जण भाई साहब भाई मलकीत सिंह जी, जिन्हां नूं प्यार दे विच समुच्चा परिवार तुसीं सारे मक्खण सिंह कह के बुलाउंदे सी, पिछले दिनां दे विच वो अपने जीवन साथी बीबा हरविंदर कौर नूं और अपने विच बैठे उन्हां दे सत्कारयोग पिता सरदार गुरचरण सिंह जी औलख ते साध संगत उन्हां दे प्यारे पुत्र कैशप्रीत सिंह करनप्रीत सिंह और उन्हां दे भरा भाई सुरजीत सिंह, उन्हां दा भतीजा जिन्हां ने दास नूं इत्थे सद्दा दिता आउण दा, भाई कुलदीप सिंह, बड़ा सियाणा बच्चा है, बहुत सुलझिया बच्चा है। ते कुलदीप सिंह होरी ये रुखाले पिंड गए सी, भाई गुरमीत सिंह होरां दे दादा जी चढ़ाई कर गए सी, ते भाई गुरमीत सिंह होरी अजैब सिंह होरां दे बेटे। ते उत्थे फिर इन्हां ने ओहदा गुरमीत सिंह दा बेटा इन्हां दे नाल पढ़दा है, ते उत्थों फिर इन्हां ने अगे दी अगे मैनूं साध संगत इत्थे आउण दा सद्दा दिता भाई कुलदीप सिंह होरां ने। ते समुच्चे परिवार नूं विछोड़ा दे गए ने, संबंधियां नूं विछोड़ा दे गए ने। बड़े दुख की गल है, बहुत वड्डा विछोड़ा है, बहुत वड्डा घाटा है। ये समय नूं दास इउं पढ़दा हुंदा, भावें आपां बहुत यतन करदे हुंदे आ भाणे नूं मन्नण दा, हुकम विच रहण दा, पर दास घंटा डेढ़ घंटा पहलां आ जांदा हुंदा क्योंकि साउंड वगैरह लाउणा हुंदा है। मैं वेख रहा सी परिवार नूं, बीबियां नूं, उन्हां दे दिलां तो उन्हां दे चेहरे तो पढ़िया जा सकदा सी, जिन्हों मैं इउं पढ़दा हुन्ना। रंगले सज्जणा बाजों बेड़ा सुन्ना लगदा ए, पुत तेरे दा तेरे बाजों जी ना लगदा, बापू पुत तेरे दा तेरे बाजों जी ना लगदा ए। रंगले सज्जणा बाजों बेड़ा सुन्ना लगदा ए, पुत तेरे
बाजो चलना लगदा ही रंगले सजना बाजो बेड़ा सुनना लगदा है। भैन तेरी दा तेरे बाजो जी ना लगदा वीर वे, भैन तेरी दा तेरे बाजो जी ना लगदा है। रंगले सजना बाजो बेड़ा लगदा है। भैन तेरी दा तेरे बाजो जी ना लगदा है। भैन तेरी दा तेरे बाजो चलना लगदा इउं साध संगत माँ प्यो की संभाल करो, बजुर्गों नूं संभालो जिन्ना हो सके। बहुत ये भी अनमोल दातां दे विचों दातां ने अपने जिहड़े बजुर्ग ने, इन्हां दा हर तरह दे नाल ख्याल रखना, मापिਆਂ नूं प्रसन्न करना एक बहुत वड्डी सेवा है। एक तीर्थ ने जिथे आपां इशनान करके आउणे आ, एक तीर्थ ने अपने घर विच बैठे अपने मापे, इन्हां मापिਆਂ दी संभाल करिए, इन्हां नूं प्यार करिए। सब तो वड्डी सेवा है मापिਆਂ नूं प्यार नाल बुलाउणा, सत्कार नाल बुलाउणा, जी कह के बुलाउणा, बापू जी कह के बुलाउणा, बीबी जी कह के बुलाउणा, ये बहुत वड्डी सेवा है। तो एक होर गल दसदे हां, बहुत जाने आपां भुल जाने आ जदों अपनी उम्र वड्डी हो जाती है। जदों आपां छोटे सी ना ते माँ प्यो जदों आपां नूं चुक के छाती नाल लाउंदे सी, अपना मत्था चुमदे सी, अपना मूँह चुमदे सी, ते माँ प्यो दा अंदर ठर जांदा सी आपां नूं चुक के, ते आपां नूं लगदा सी भी सानूं माँ प्यो किन्ना सोहना प्यार कर रहे ने, लगदा सी ना। ते सच जानो अज आपां अपने मापे वड्डे हो गए, वो बजुर्ग होए बैठे ने ते बच्चे छोटे हुंदे ने, ते ये गल बिल्कुल उही है जिवें बच्चा चाहुंदा है ना भी माँ चुक के मैनूं छाती नाल लावे। अज बजुर्ग मापे चाहुंदे ने भी कदे पुत्त मैनूं बुक्कल विच लै लवे। आखो सतनाम श्री वाहिगुरू। जदों किते पुत्त माँ नूं बुक्कल विच लैंदा है, जदों किते पुत्त बापू जी नूं, दादा जी नूं, दादी जी नूं बुक्कल विच लैंदा है, ते उन्हां दा जिहड़ा उन्हां नूं चाअ उस वेले हुंदा है, जिहड़ा प्यार मिलदा है, वो दुੱਧ घिओ विच उन्नी ताकत नहीं जिन्नी तुहाडी वो बुक्कल दे विच ताकत है। आखो सतनाम श्री वाहिगुरू। तां कि मापिਆਂ नूं पता लगे। बाकी ये उल्ट एक गल होर है, असी मुरझाए फुल्लां नूं कबाड़ दा समान समझ बैठते हैं। बजुर्ग तां कबाड़ दा समान ने। खिड़दे फुल्लां नूं असी वेखदे हां भी बच्चे ने साडे, आउण वाली जनरेशन है साडी, बुढ़ेपे दी डंगोरी है। ये भी सोच साडी बहुत घटी है। मैं ये नहीं कहता भी बच्चों नूं प्यार ना करो, पर बजुर्ग कबाड़ नहीं हैं, बजुर्ग पुराना समान नहीं हैं। क्यों? क्योंकि बजुर्गों ने एक्सपीरियंस दे विचों प्रैक्टिकल अपना खून साडे उपर दी डोल दिता है। उन्होंने कमा के दिखा दिता है भी असी तुहाडे वास्ते आ कीता, ते आउण वाले तां अजे पता नहीं भी लैक निकलणगे कि नलैक निकलणगे जिन्हां नूं असी चुमदे फिरदे हां। चुमना तां पहिलां बजुर्गां नूं चुमो, बजुर्गों नूं बुक्कलां विच लो, बजुर्गों नूं प्यार देना सीखो। हाँ, अपने बिजनस वधाओ, अपना कारोबार वधाओ, पर यह ना होवे वो कारोबार दे विच इन्ने उलझ जाइए भी बेबे वास्ते जां बापू वास्ते 5 मिनट समा भी ना निकले। इहो जे बिजनस नूं गोली मारो। अपने बजुर्ग कोल बैठो, 5 मिनट बैठो, 10 मिनट बैठो, सारे दिन की गल उहदे नाल साझी करो, उहनूं तसल्लियां हो जाण भी जिवें जम्मिया सी, जिवें पालिया सी, उवें दा खरा उतरिया। सो आओ गुरमुखो, ये बहुत विचारा हुंदियां ने। अज बड़े दुख की घड़ी विच आपां बैठे हां, असह ते अकह समा है। आप जी ये दुख की घड़ी विच औलख परिवार दे नाल दुख दियां साझा पाउण वास्ते नगर की संगत, इलाके की संगत, माणयोग शख्सियतां, पंच सरपंच, नंबरदार साहब, गुरु कियां प्यारियां संगतां ते दान सिंह वाले तो कोठियां दे विचों भी संगतां उत्थों आईयां ने, ते साध संगत ते मेरे कोल बैठे तुहाडे नगर दे वजीर गुरु के बाबा जी, ये मेरे पिंड दे ने, हुण आए ने तुहाडे नगर बाबा जसविंदर सिंह जी, निहंग सिंह फौजां, ये तुहाडे नगर दे विच आए ने बाबा जसविंदर सिंह जी, मानसा जिला पिंड अकबरपुर खडाल, ते ये मेरे नगर दे ने। मैनूं इस गल की खुशी है भी मेरे नगर का कोई गुरसिख तुहाडे नगर विच आके सेवा कर रहा है, ते तुसीं इन्हां नूं संभालना है, इन्हां दा हर तरह दे नाल ख्याल रखना है। बहुत प्यार वाले ने, बहुत सत्कार वाली रूह है। सो साध संगत इन्हां दा विशेष तौर पर धन्नवाद। ते